ਇੱਥੇ ਦੇਖੋ ਸਾਡਾ ਫੈਸਲਾ ਇਹ ਆ ਜਿੰਨਾ ਚਿਰ ਮਿਸਟਰ ਹੇਅਰ ਇੱਥੇ 22 ਇੱਧਰ ਲੈ ਕੇ ਆਉਂਦੇ ਬੱਚਾ ਇੱਕ ਵੀ ਸਕੂਲ ਨਹੀਂ ਇੱਕ ਵੀ ਨਹੀਂ ਆਊਗਾ ਦੂਜੇ ਨੰਬਰ ਤੇ ਜਾਂ ਕੋਈ ਸਰੀ ਆਰਸੀਐਮਪੀ ਆਉਂਦੀ ਹੈ ਜਾਂ ਕੋਈ ਹੋਰ ਆਉਂਦੀ ਹੈ ਸਾਡੇ ਤੇ ਜੇ ਬਾਏ ਕੋਈ ਫੋਰਸ ਕਰਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਇਸ ਦੀ ਭਾਜੀ ਮੋੜਾਂਗੇ ਕੱਲ ਨੂੰ ਰੈਫਰੈਂਡਮ ਆਉਣਾ ਹੈ ਫਿਰ ਅਸੀਂ ਦੱਸਾਂਗੇ ਅਸੀਂ ਕੀ ਰੈਫਰੈਂਡਮ ਦੇ ਵਿੱਚ ਵੀ ਇਹਦੇ ਫੇਵਰ ਜਾਂਦੇ ਜਾਂ ਨਹੀਂ ਜਾਂਦੇ ਅਸੀਂ ਜਾਨ ਵਾਰ ਸਕਦੇ ਹਾਂ ਅਸੀਂ ਫੇਰ ਨੂੰ 22 ਇੱਜ਼ਤ ਇੱਥੇ ਆਉਣ ਹੋਣਾ ਹੀ ਨਹੀਂ ਸੀ ਇੱਕ ਮਿੰਟ ਚਲਾਉਣਾ ਤਾਂ ਪੈਣਾ ਚਲਾਉਣਾ that's fine. ਸਾਨੂੰ ਪਤਾ ਤਾਂ ਲੱਗਿਆ ਬੰਦੇ ਕਿਹੜੇ ਆ ਕੌਣ ਮਿਲਾਓ ਉਹਨਾਂ ਨੇ ਦੇਖ ਲਿਆ ਕਿਹੋ ਜਿਹੀ ਹੋਊਗੀ ਮੈਂ ਆਪਣੀ ਗੱਲ ਫਿਨਿਸ਼ ਕਰ ਸਾਰੇ ਵਾਲੇ ਬ੍ਰਾਂਡ ਦੱਸੋ ਉਹਨਾਂ ਨੂੰ ਤੁਸੀਂ ਤਾਂ ਇਕੱਲੇ ਆ ਗਏ ਹੋ ਇੱਥੇ ਥੱਲੇ ਨਹੀਂ ਭੇਜਿਆ ਗਿਆ ਜੀ ਅੱਜ ਤਾਂ ਗੱਲ ਆ ਸੋਚ ਬੁਲਾਓ ਇੱਥੇ ਤੁਹਾਡੇ ਇਕੱਲਿਆਂ ਨਾਲ ਗੱਲ ਕੀ ਕਰ ਲਈ ਅਸੀਂ ਭੇਜਿਆ ਗਿਆ ਜੀ ਕਿ ਜਿੱਥੇ ਵੀ ਇੱਥੇ ਉਹਨਾਂ ਨੂੰ ਬੁਲਾਓ ਮੈਨੂੰ ਤਾਂ ਦੱਸ ਦੇਖੀਏ ਪਤਾ ਉਹਨਾਂ ਨੂੰ that's fine ਮੈਂ ਕੋਈ ਗੱਲ ਕਰ ਲਵਾਂ ਫਿਰ ਤੁਹਾਨੂੰ ਮੈਂ ਦੱਸ ਦਵਾਂ ਈਮੇਲ ਦੀ ਪਹਿਲੀ ਜਿਹੜੀ ਸਾਨੂੰ ਲਿਸਟ ਆਈ ਉਹ ਚ ਆਇਆ ਸਕੂਲਸ ਨਿਊ ਪ੍ਰਿੰਸੀਪਲ ਜਾਰਜੀਆ ਨਾਈਕਨ ਜੇ ਮੈਂ ਆਪਦੇ ਬੱਚੇ ਨੂੰ ਕਿਸੇ ਇਹੋ ਜਿਹੇ ਪ੍ਰਿੰਸੀਪਲ ਦੀ ਗਾਈਡੈਂਸ 'ਚ ਪੜਾਉਣਾ ਹੋਵੇ ਜਿਹਨੂੰ ਇਹ ਨਹੀਂ ਪਤਾ ਕਿ ਮੂਲ ਮੰਤਰ ਕੀ ਆ ਗੁਰੂ ਗ੍ਰੰਥ ਸਾਹਿਬ ਕੀ ਆ ਪ੍ਰਕਾਸ਼ ਕਰਨਾ ਕੀ ਹੁੰਦਾ ਸੁਖਾਸਨ ਕਰਨਾ ਕੀ ਹੁੰਦਾ ਹੱਥ ਸੁੱਚੇ ਕਰਨੇ ਕੀ ਆ ਸੁੱਚਾ ਭੋਜਨ ਕੀ ਆ ਜੂਠਾ ਕੀ ਆ ਜਿਹੜੇ ਸਾਡੇ ਬੇਸਿਕਸ ਆ ਜਿਹਨੂੰ ਇਹ ਪਤਾ ਹੀ ਨਹੀਂ ਫਿਰ ਤਾਂ ਯਾਰ ਮੈਨੂੰ ਫ੍ਰੀ ਐਜੂਕੇਸ਼ਨ ਸਕੂਲ ਦੇ ਰਹੇ ਨੇ ਬੜੇ ਸਾਰੇ ਪ੍ਰੋਗਰਾਮ ਸਾਰੇ ਪੋਜੀਸ਼ਨਸ ਐਲੀਮੀਨੇਟ ਕਰ ਦੇ ਕਿ ਜੇ ਨਹੀਂ ਲੋੜ ਹੈਗੀ ਸਟਾਫ ਨੂੰ ਫਿਰ ਅਸੀਂ ਸਟਾਫ ਨਾਲ ਰਲ ਕੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ ਅਸੀਂ ਉਹ ਪੂਰੀਆਂ ਕਰੀਏ ਕਿਉਂਕਿ ਬੋਰਡ ਦਾ ਮਤਲਬ ਇਹ ਹੈ ਕਿ ਰਿਸੋਰਸ ਤੁਸੀਂ ਪ੍ਰੋਵਾਈਡ ਕਰੋ ਤੇ ਜਿਹੜਾ ਆਪਰੇਸ਼ਨਲ ਸਟਾਫ ਜਿਹੜਾ ਹੈ ਉਹ ਇੱਥੇ ਸ਼ੁਰੂ ਹੋਵੇ ਮੇਰਾ ਪਿਛੋਕੜ ਵੀ ਜਿਹੜਾ ਆ ਉਹ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਇਹੋ ਜਿਹੇ ਸਵਾਲ ਆਏ ਆ ਬਹੁਤ ਇਹੋ ਜਿਹੀਆਂ ਗੱਲਾਂ ਹੋਈਆਂ ਆ ਮੀਡੀਆ ਦੇ ਵਿੱਚ ਵੀ ਹੋਈਆਂ ਆ ਇਟਸ ਇੰਪੋਰਟੈਂਟ ਟੂ ਨੋਟ ਕਿ ਅਸੀਂ ਕੌਣ ਆ ਸਾਡਾ ਕੀ ਆ ਅਸੀਂ ਕਿਉਂ ਅਸੀਂ ਇਹ ਬੋਰਡ ਦੇ ਵਿੱਚ ਆ ਬੋਰਡ ਹੁੰਦਾ ਕੀ ਹੈ ਇਹ ਕਈ ਸਵਾਲ ਬਹੁਤਾਂ ਦੇ ਮਨਾਂ 'ਚ ਹੋਣੇ ਕਿਉਂਕਿ ਤੁਸੀਂ ਤਾਂ ਸਿਰਫ ਸਕੂਲ ਨਾਲ ਸੰਬੰਧਿਤ ਜਿਹੜੇ ਇੱਥੇ ਸਾਰੇ ਕੰਮ ਕਰਦੇ ਆ ਮਿਸਟਰ ਹੇਅਰ ਆ ਮਿਸਟਰ ਪੁਰੇਵਾਲ ਆ ਮਿਸ ਪੇਜਲੀ ਆ ਜਿੰਨੇ ਵੀ ਟੀਚਰਸ ਆ ਬਲਵੀਰ ਸਿੰਘ ਆ ਦਰਸ਼ਨ ਸਿੰਘ ਆ ਤੁਸੀਂ ਇਹਨਾਂ ਨੂੰ ਨਿੱਤ ਮਿਲਦੇ ਆ ਤੁਸੀਂ ਇਹਨਾਂ ਨੂੰ ਜਾਣ ਪਛਾਣ ਹੈਗੀ ਹੈ ਕਿ ਸਕੂਲ ਲਈ ਆਹ ਕੰਮ ਕਰਦੇ ਆ ਸਾਡੇ ਵਰਗੇ ਜਿਹੜੇ ਪਿੱਛੇ ਬੈਠੇ ਆ ਕੋਈ ਵੋਟ ਤੇ ਆ ਕੁਛ ਇਹ ਆ ਸਾਡਾ ਇੰਨਾ ਕੀ ਮਤਲਬ ਹੁੰਦਾ ਹੈ ਕਿ ਅਸੀਂ ਇੱਕ ਸੁਸਾਇਟੀ ਵੱਲੋਂ ਸੁਸਾਇਟੀ ਠੀਕ ਰੱਖਣੀ ਹੈ ਸਾਨੂੰ ਓਵਰਸਟੈਪ ਹੋ ਕੇ ਸਕੂਲ 'ਚ ਆਉਣ ਦਾ ਕੋਈ ਹੱਕ ਨਹੀਂ ਹੈਗਾ ਪਰ ਇਹ ਆ ਕਿ ਸੁਸਾਇਟੀ ਨੂੰ ਠੀਕ ਆਪਰੇਟ ਕਰਨਾ ਮੇਰਾ ਜਿਹੜਾ ਰੋਲ ਆ ਜੇ ਸਾਡੀ ਸਾਰੀ ਦੀ ਜਾਣਕਾਰੀ ਲਈ ਮੈਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਵਿੱਚ ਸੇਵਾ ਕਰ ਰਿਹਾ ਕਈ ਸਾਲਾਂ ਤੋਂ 2 ਸਾਲ ਪਹਿਲਾਂ ਇੱਥੇ ਦੇ ਸੇਵਾਦਾਰਾਂ ਨੇ ਮੈਨੂੰ ਮੁੱਖ ਸੇਵਾਦਾਰ ਦਾ ਜਿਹੜਾ ਸੇਵਾ ਬਖਸ਼ੀ ਹੈ ਇੱਥੇ ਮੈਂ ਸੇਵਾ ਕਰ ਰਿਹਾ ਕਈ ਹੋਰ ਜਿਹੜੇ ਲੋਕਲ ਗੁਰਦੁਆਰੇ ਕਾਉਂਸਲਸ ਹੈ ਉੱਥੇ ਮੈਂ ਸੇਵਾ ਕਰਦਾ ਹਾਂ ਇੱਥੇ ਜਿਹੜੀ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਤੇ ਸਿੱਖ ਅਕੈਡਮੀ ਹੈ ਆਫਟਨ ਇਹਨਾਂ ਨੂੰ ਲਿੰਕ ਬਣਾ ਕੇ ਦੱਸਿਆ ਜਾਂਦਾ ਹੈ ਕਿ ਸਕੂਲ ਜਿਹੜੇ ਗੁਰਦੁਆਰੇ ਵਾਲੇ ਆ ਉਹ ਸਕੂਲ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਲੱਤਾਂ ਉਡਾਉਂਦੇ ਆ ਆ ਕਰਦੇ ਆ ਤੁਹਾਡੇ ਸਾਰੇ ਦੇ ਬੈਨੀਫਿਟ ਲਈ ਮੈਂ ਤੁਹਾਨੂੰ ਇੱਕ ਗੱਲ ਐਕਸਪਲੇਨ ਕਰਨਾ ਚਾਹੁੰਦਾ ਕਰਕੇ ਤੁਹਾਡੇ ਕੰਨਾਂ ਤੇ ਇਹ ਗੱਲ ਆਈ ਨਹੀਂ ਹੋਣੀ ਕਰਕੇ ਅਸੀਂ ਕਦੀ ਦੱਸੀ ਵੀ ਨਹੀਂ ਸਿੱਖ ਅਕੈਡਮੀ ਦੀ ਜਦੋਂ ਹੋਂਦ ਹੋਈ ਹੈ ਤੇ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਹੋਈ ਹੈ ਉਹਦੇ ਵਿੱਚ ਜਿਹੜੇ ਮੁੱਢਲੇ 5 ਜਿਹੜੇ ਸ਼ੁਰੂ ਕਰਨ ਵਾਲੇ ਸੀ ਉਹਨਾਂ ਦੇ ਵਿੱਚੋਂ ਭਾਈ ਜਸਵਿੰਦਰ ਸਿੰਘ ਵਿਦੇਸ਼ਾ ਭਾਈ ਮਨਮੋਹਨ ਸਿੰਘ ਸਮਰਾ ਸਰਦਾਰ ਹਾਕਮ ਸਿੰਘ ਢੀਂਡਸਾ ਜਿਹੜੇ ਅੱਜ ਨਹੀਂ ਰਹੇ ਸਾਡੇ ਨਾਲ ਭਾਈ ਸੁਖਮਿੰਦਰ ਸਿੰਘ ਵਰਕ ਜਿਹੜੀ ਤੇ ਲੋਕਲ ਇੱਥੇ ਜੰਪਰ ਲੋਇਰ ਹੈ ਤੇ ਦਾਸ ਮੈਂ ਜਾ ਕੇ ਖਾਲਸਾ ਸਕੂਲ ਤੋਂ ਤੁਸੀਂ ਭਾਈ ਬਲਦੀਪ ਸਿੰਘ ਨੂੰ ਪੁੱਛ ਵੀ ਸਕਦੇ ਆ ਤੇ ਜਥੇਦਾਰ ਤਰਵਿੰਦਰ ਸਿੰਘ ਦੇ ਛੋਟੇ ਮੁੰਡੇ ਨੇ ਅਸੀਂ ਉਹਨਾਂ ਨੂੰ ਮਨਾ ਕੇ ਇੱਧਰ ਲਿਆਂਦਾ ਕਿ ਸਾਡੀ ਮਦਦ ਕਰੋ ਸਕੂਲ ਖੜਾ ਕਰਨ ਦੇ ਵਿੱਚ ਜਿਹੜੀ ਬਿਲਡਿੰਗ ਆ ਇਹ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਨੇ ਬਣਾਈ ਸੀ ਇਹਦੇ ਵਿੱਚ ਸਕੂਲ ਸ਼ੁਰੂ ਹੋਇਆ ਗੁਰਦੁਆਰਾ ਸਾਹਿਬ ਤੇ ਸਕੂਲ ਦਾ ਲਿੰਕ ਕੀ ਆ ਉਹ ਇਹ ਆ ਕਿ ਜਿਹੜੀ ਬਿਲਡਿੰਗ ਹੈ ਇਹਦੀ ਲੀਜ਼ ਗੁਰਦੁਆਰੇ ਸਾਹਿਬ ਦੇ ਕੋਲ ਹੈ ਕਰਕੇ ਬਿਲਡਿੰਗ ਜਿਹੜੀ ਗੁਰਦੁਆਰੇ ਸਾਹਿਬ ਦੀ ਸੰਗਤ ਦੇ ਪੈਸਿਆਂ ਦੇ ਨਾਲ ਜਿਹੜੀ ਚੜਾਵਾ ਆਉਂਦਾ ਉਹਦੀ ਪ੍ਰਾਪਰਟੀ ਹੈ ਇਹ ਲਿੰਕ ਹੈਗਾ ਇਹ ਤੋਂ ਅੱਗੇ ਕੋਈ ਲਿੰਕ ਨਹੀਂ ਹੈਗਾ ਸਿੱਖ ਅਕੈਡਮੀ ਦੇ ਵਿੱਚ ਸਿਰਫ 12 ਮੈਂਬਰ ਜਿਹੜੇ ਆ ਉਹ 12 ਮੈਂਬਰਾਂ ਦੇ ਵਿੱਚੋਂ ਮੈਂ ਐਕਿਆਂ ਤੇ 11 ਹੋਰ ਮੈਂਬਰ ਜਿਹੜੇ ਆ ਉਹ 5 ਜਾਣੇ ਜਿਹੜੇ ਨੂੰ ਰੋਟੇਟ ਕਰਕੇ ਬੋਰਡ ਤੇ ਲਿਆਏ ਜਾਂਦੇ ਆ ਇਨੀਸ਼ੀਅਲ ਬੋਰਡ ਦੇ ਵਿੱਚੋਂ 2008 ਦੇ ਵਿੱਚ
ਮੈਂ ਉਸ ਟਾਈਮ ਤੇ ਸਕੂਲ ਦੇ ਵਿੱਚ ਆਇਆ ਸੀ ਤੇ ਗੁਰਦੁਆਰਾ ਸਾਹਿਬ ਦਾ ਮੈਂਬਰ ਤੇ ਮੈਂ ਬਹੁਤ ਚਿਰਾਂ ਬਾਅਦ ਬਣਿਆ। ਮੇਰੀ ਜਿਹੜੀ ਪਰਸਨਲ ਫੀਲਿੰਗ ਹੈ ਸਕੂਲ ਟੁਵਰਡਸ ਹੈ ਕਿ ਇਹਨੂੰ ਖੜਾ ਕਰਕੇ ਇੱਕ ਨਵੀਂ ਚੀਜ਼ ਜਿਹੜੀ ਕਮਿਊਨਿਟੀ ਨੂੰ ਦੇ ਸਕੀਏ। 2 ਸਾਲ ਮੈਂ ਇੱਥੇ ਬੋਰਡ ਤੇ ਲਾਏ, ਹੋਰ ਮੈਂਬਰ ਸੀਗੇ, ਮੈਨੂੰ ਬੇਨਤੀ ਵੀ ਹੋਈ ਸੀ ਸਰਦਾਰ ਹਾਕਮ ਸਿੰਘ ਦੀ ਕਿ ਜੇ ਤੂੰ ਪਿੱਛੇ ਹਟ ਸਕਦਾ ਹੈ ਆਪਾਂ ਹੋਰ ਕਿਸੇ ਨੂੰ ਚਾਂਸ ਦੇ ਦਿੰਦੇ ਹਾਂ। ਉਸ ਟਾਈਮ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ, ਨੋ ਪ੍ਰੋਬਲਮ ਅੰਕਲ, ਪਿੱਛੇ ਹਟ ਜਾਂਦੇ ਹਾਂ। ਤੇ ਉਸ ਤੋਂ ਬਾਅਦ ਲਗਾਤਾਰ 8-9 ਸਾਲ ਲਈ ਮੇਰਾ ਸਿੱਖ ਅਕੈਡਮੀ ਦੀ ਬੜੀ ਦੂਰ ਤੋਂ ਹੀ ਅਪਰੋਚ ਸੀਗੀ, ਮੈਂ ਬੜਾ ਇਨਵੋਲਵ ਨਹੀਂ ਸੀ। ਲਾਸਟ ਈਅਰ ਮੈਂ ਬੋਰਡ ਤੇ ਮੁੜ ਕੇ ਆਇਆ, ਸੋ ਸਵਾ ਕੁ ਸਾਲ ਜਿਹੜਾ ਆ ਮੈਂ ਹੁਣ ਬੋਰਡ ਤੇ ਰਿਹਾ ਹਾਂ। ਉਹਦੇ ਵਿੱਚ ਸਾਨੂੰ ਕਈ ਗੱਲਾਂ ਜਿਹੜੀਆਂ ਦੱਸਣ ਲਈ ਮਿਲੀਆਂ। ਇਹ ਸਾਰਾ ਜਾਣਕਾਰੀ ਤਾਂ ਆਇਆ ਕਰਕੇ ਇਹ ਗੱਲ ਸਵਾਲ ਬਾਹਰ ਆ ਰਿਹਾ ਹੈ ਕਿ ਇੱਥੋਂ ਟੇਕ ਓਵਰ ਕਰਨ ਦੀ ਕੋਸ਼ਿਸ਼ ਹੈ। ਮੇਰਾ ਰੋਲ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿ ਯੈਸ ਮੈਂ ਇੱਧਰ ਸੇਵਾਦਾਰ ਹੈਗਾ ਆ, ਪਰ ਮੇਰਾ ਇੱਧਰ ਕਨੈਕਸ਼ਨ ਪਹਿਲੋਂ ਸੀ, ਇੱਧਰ ਬਾਹਰ ਆਇਆ ਬਾਅਦ ਆਇਆ। ਇਹ ਵੀ ਜਾਣਨ ਲਈ ਜ਼ਰੂਰੀ ਹੈ ਕਿ ਇਹ ਜਿਹੜੇ ਕਨੈਕਸ਼ਨਸ ਆ ਗੁਰਦੁਆਰਾ ਸਾਹਿਬ ਜਿਹੜਾ ਆ, ਐਂਡ ਥੀਸ ਆਰ ਇੰਪੋਰਟੈਂਟ ਨੋਟਸ ਕਰਕੇ ਫਿਰ ਜਦੋਂ ਮੈਂ ਅੱਗੇ ਗੱਲ ਕਰਨੀ ਹੈ ਤੇ ਤੁਹਾਡੇ ਸਵਾਲ ਜਿਹੜੇ ਹੋ ਸਕਦਾ ਥੋੜ੍ਹੇ ਜਿਹੇ ਇਹਦੇ ਵਿੱਚ ਹੀ ਆਨਸਰ ਹੋ ਜਾਣ। ਗੁਰਦੁਆਰਾ ਸਾਹਿਬ ਦੀ ਜਿਹੜੀ ਆ ਬਿਲਡਿੰਗ ਆ, ਇਹਦੀ ਪੇਮੈਂਟ ਜਿਹੜੀ ਆ, ਇਹ ਸਾਰੀਆਂ ਗੱਲਾਂ ਵੈਰੀ ਟਰਾਂਸਪੇਰੈਂਟ, ਮੈਨੂੰ ਕੋਈ ਇੱਦਾਂ ਦੀ ਹੈ ਨਹੀਂ ਕਿ ਇੱਦਾਂ ਦੀ ਗੱਲ। ਗੁਰਦੁਆਰਾ ਸਾਹਿਬ ਵੀ ਸੰਗਤ ਦਾ ਹੀ ਹੋਣਾ ਚਾਹੀਦਾ, ਐਟ ਦੇ ਹੋਣ ਜਾਂ ਨਾ ਹੋਣ ਦੀਆਂ ਬਾਅਦ ਦੀਆਂ ਗੱਲਾਂ ਪਰ ਹੋਣੇ ਚਾਹੀਦੇ ਆ। $47,000 ਜਿਹੜਾ ਆ ਬਿਲਡਿੰਗ ਦਾ ਪੇਮੈਂਟ ਆ, $15,000 ਇਹਦਾ ਪ੍ਰੋਪਰਟੀ ਟੈਕਸ ਆ, $62,000 a month ਇਹਦਾ ਕਾਸਟ ਆ ਜਿਹੜਾ ਗੁਰਦੁਆਰਾ ਸਾਹਿਬ ਇੱਧਰੋਂ ਪੇਮੈਂਟ ਜਾਂਦੀ ਹੈ। $31,000 ਫਿਰ 12 ਸਾਲ ਲਈ ਇੱਥੋਂ ਲੀਜ਼ ਲਈ ਜਾਂਦੀ ਹੈ। $31,000 ਜਿਹੜਾ ਆ ਗੁਰਦੁਆਰਾ ਸਾਹਿਬ ਆਪ ਚੁੱਕਦਾ ਆ ਮਹੀਨੇ ਦਾ ਬਿਲਡਿੰਗ ਲਈ। ਗੁਰਦੁਆਰਾ ਸਾਹਿਬ ਦਾ ਕੋਈ ਇੰਟੈਂਸ਼ਨ ਨਹੀਂ ਹੈਗਾ ਇਹਨੂੰ ਟੇਕ ਓਵਰ ਕਰਨ ਦਾ। ਗੁਰਦੁਆਰਾ ਸਾਹਿਬ ਦੇ ਵਿੱਚ ਇਹੀ ਹੈ ਕਿ ਸਕੂਲ ਵੱਧ ਫੁੱਲੇ, ਇਹਦੇ ਵਿੱਚ ਜਿਹੜੇ ਬੱਚੇ ਆ ਰਹੇ ਆ ਉਹ ਸਿੱਖੀ ਦੇ ਨਾਲ ਜੁੜਨ, ਪੰਜਾਬੀਅਤ ਦੇ ਨਾਲ ਜੁੜਨ, ਸੱਭਿਆਚਾਰ ਤੇ ਬੋਲੀ ਦੇ ਨਾਲ ਜੁੜਨ। ਉਹਦਾ ਮਤਲਬ ਇੰਨੇ ਤੱਕ ਹੀ ਹੈ, ਇਹ ਤੋਂ ਅੱਗੇ ਕੁਛ ਨਹੀਂ ਹੈਗਾ। 10 ਸਾਲ ਲਈ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੰਦੇ ਜਿਹੜੇ ਮੈਂਬਰਸ਼ਿਪ ਦੇ ਵਿੱਚ ਵੀ ਹੈ, 1 2 3 ਹੋ ਗਏ, ਉਹ ਵੀ ਬੜੇ ਸਾਈਡ ਰੋਲ ਤੇ ਹੀ ਆ ਕਿ ਉਹਨਾਂ ਨੂੰ ਓਰੀਜਨਲ ਮੈਂਬਰਸ਼ਿਪ ਦੇ ਵਿੱਚ ਉਹ ਤੋਂ ਲਿਆਇਆ ਗਿਆ ਸੀ, ਪਰ ਉਹ ਬੜਾ ਕੋਈ ਰੋਲ ਨਹੀਂ ਹੈਗਾ। ਸੋ ਇਹ ਇੱਥੇ ਮੈਂ ਗੱਲ ਕੰਪਲੀਟ ਕਰਦਾ ਕਰਕੇ ਇਹ ਜਾਣਕਾਰੀ ਬਾਹਰ ਜਿਹੜੀ ਆ ਉਹ ਹੋਰ ਜਾਂਦੀ ਹੈ ਤੇ ਜੋ ਅਸਲ ਗੱਲ ਆ ਹੋ ਰਿਹਾ। ਜਿਹੜੀ ਅੱਜ ਦੀ ਗੱਲ ਆ ਕਿ ਜਿਹੜੀ ਭਾਈ ਬਲਦੀਪ ਸਿੰਘ ਦੀ ਗੱਲ ਹੈ ਕਿ ਉਹਦੇ ਵਿੱਚ ਜਿੱਥੇ ਇੱਥੇ ਭਾਈ ਸਾਹਿਬ ਨੇ ਹੁਣੀ ਦੱਸ ਕੇ ਗਏ ਆ ਕਿ ਜਿਹੜੇ ਕਾਰਨ ਹੈ, ਇਹ ਵੀ ਮੈਨੂੰ ਹੁਣ ਗੱਲ ਕਰਨੀ ਪੈ ਰਹੀ ਹੈ ਕਿ ਮੇਰੇ ਕੰਨਾਂ ਤੱਕ ਵੀ ਇਹ ਗੱਲ ਬੜੀ ਆਈ ਹੈ, ਇਹ ਬੜੀ ਦੁੱਖ ਵਾਲੀ ਗੱਲ ਆ। ਪਰ ਜਦੋਂ ਇਨਫੋਰਮੇਸ਼ਨ ਨਹੀਂ ਹੁੰਦੀ ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਾਹਰ ਆਉਣਾ ਪੈਂਦੀਆਂ ਹੈ ਕਿ ਜਿਹੜੇ ਭਾਈ ਬਲਦੀਪ ਸਿੰਘ ਨੇ ਕੋਈ ਇਹੋ ਜਿਹਾ ਨੈਵਰ ਕੋਈ ਇਦਾਂ ਦਾ ਕੰਮ ਨਹੀਂ ਕੀਤਾ। ਜਿੱਥੇ ਕੋਈ ਬੱਚਾ ਹੋਵੇ, ਜਿੱਥੇ ਕੋਈ ਫਾਈਨੈਂਸ਼ੀਅਲ ਗੱਲ ਹੋਵੇ, ਜਿਹਦਾ ਆਪ ਦੇ ਫਾਇਦੇ ਲਈ ਕੁਝ ਕੀਤਾ ਹੋਵੇ, ਇਦਾਂ ਦੀਆਂ ਗੱਲਾਂ ਨਹੀਂ ਹੈ। ਕਿ ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ, ਪਰ ਇਹਦੇ ਵਿੱਚ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਅਸੀਂ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਹੈ ਅਸੀਂ ਉਹ ਵੀ ਨਹੀਂ ਵਾਇਲੇਟ ਕਰਨਾ ਚਾਹੁੰਦੇ। ਕਿ ਜੋ ਵੀ ਉਹ ਕਾਰਨ ਹੋਣ ਉਹ ਉਹਨਾਂ ਨੂੰ ਪਤਾ ਹੈ ਤੇ ਸਾਨੂੰ ਪਤਾ ਹੈ ਤੇ ਉਹਨਾਂ ਨੂੰ ਇਨ ਰਾਈਟਿੰਗ ਅਸੀਂ ਉਹ ਸਾਰਾ ਕੁਝ ਪ੍ਰੋਵਾਈਡ ਵੀ ਕੀਤਾ ਸੀ। ਉਹ ਜਿਹੜਾ ਡਿਸੀਜਨ ਆ ਉਹ ਵੀ ਇੱਕ ਸਾਈਲੋ ਚ ਲਿਆ ਗਿਆ ਸੀ ਤੇ ਮੈਨੂੰ ਪਤਾ ਹੈ ਕਿ ਕਈਆਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਹੈ ਤੇ ਇੱਥੇ ਜਿੰਨਾ ਚਿਰ ਤੁਸੀਂ ਚਾਹੁੰਦੇ ਹੋ ਇੱਥੇ ਮੈਂ ਖੜਾ ਰਹੂੰਗਾ। ਇਹ ਸਾਰੇ ਜਿੰਨੇ ਵੀ ਸਵਾਲ ਮੇਰੇ ਤੋਂ ਜਵਾਬ ਦੇ ਹੁੰਦੇ ਮੈਂ ਦਊਂਗਾ, ਪਰ ਉਹਨਾਂ ਦੀ ਪ੍ਰਾਈਵੇਸੀ ਨਹੀਂ ਅਸੀਂ ਵਾਇਲੇਟ ਕਰਨਾ ਚਾਹੁੰਦੇ ਸੀ। ਦੈਟਸ ਇੰਨੀ ਕੀ ਗੱਲ ਸੀ। ਹਾਲੇ ਵੀ ਮੈਂ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਰਕੇ ਐਜ਼ ਇਨ ਮੇਰਾ ਹੱਕ ਨਹੀਂ ਬਣਦਾ ਇਹ ਗੱਲ ਕਹਿਣ ਲਈ ਕਿ ਉਹ ਕਿਉਂ ਹੋਇਆ। ਜਦੋਂ ਉਹਦਾ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਐਡੀ ਵੀ ਕੋਈ ਵੱਡੀ ਗੱਲ ਜਿਹੜੀ ਇਹਦੇ ਵਿੱਚ ਲੱਗਦਾ ਕਿ ਬੰਦੇ ਦਾ ਕੈਰੈਕਟਰ ਦੇ ਉੱਤੇ ਗੱਲ ਆ ਜਾਂਦੀ ਹੈ, ਡੈਫੀਨਿਟਲੀ ਨਾਟ। ਇੱਥੇ ਕੈਮਰੇ ਵੀ ਬਹੁਤ ਲੱਗੇ ਆ, ਸਾਰੇ ਬੰਦੇ ਰਿਕਾਰਡ ਵੀ ਕਰ ਰਹੇ ਆ। ਆਈ ਹੈਵ ਨੋ ਪ੍ਰੋਬਲਮ ਸੇਇੰਗ ਕਿ ਕੈਰੈਕਟਰ ਦੀ ਗੱਲ ਹੋ ਹੀ ਨਹੀਂ ਸਕਦੀ। ਨਾ ਕਦੀ ਮੈਂ ਸੁਣੀ ਹੈ ਬਲਦੀਪ ਸਿੰਘ ਬਾਰੇ, ਨਾ ਕਦੀ ਮੈਨੂੰ ਪਤਾ ਮੈਂ ਸੁਣੂੰਗਾ ਕਰਕੇ ਉਹ ਇਹੋ ਜਿਹੇ ਸ਼ਖਸ ਹੈਗੇ ਆ ਜਿਹੜੇ ਉਹ ਗੁਰਸਿੱਖਾਂ ਨੇ। ਅਸੀਂ 20 ਸਾਲ ਇਕੱਠਿਆਂ ਨੇ ਕਈ ਥਾਂ ਤੇ ਕੈਂਪਾਂ ਦੇ ਵਿੱਚ ਹੋਰ ਥਾਂ ਲਾਇਆ ਇਕੱਠਿਆਂ ਨੇ, ਸੋ ਇਦਾਂ ਦੀ ਗੱਲ ਨਹੀਂ ਹੈਗੀ। ਹਾਂ ਜਿਹੜੀਆਂ ਐਡਮਿਨਿਸਟ੍ਰੇਟਿਵ ਫੰਕਸ਼ਨਸ ਹੁੰਦੇ ਆ ਜੌਬ ਦੇ, ਹੋਰ ਪਰਫਾਰਮੈਂਸ ਹੁੰਦੀ ਹੈ, ਹੋਰ ਚੀਜ਼ਾਂ ਹੁੰਦੀਆਂ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ, ਉਹਨਾਂ ਦੇ ਵਿੱਚੋਂ ਜ਼ਰੂਰ ਕਈ ਗੱਲਾਂ ਆਈਆਂ ਉਹ ਜਿਹੜੀਆਂ ਆ। ਹੁਣ ਜਿਹਦਾ ਇੰਨਾ ਵੱਡਾ ਇਕੱਠ ਆ, ਤੁਸੀਂ ਕੰਸਰਨਡ ਆ ਤੁਹਾਡੇ ਬੱਚਿਆਂ ਬਾਰੇ, ਸਕੂਲ ਖੁੱਲ੍ਹਣਾ ਚਾਹੀਦਾ, ਕਿਉਂ ਨਹੀਂ ਖੁੱਲ੍ਹ ਰਿਹਾ। ਸਕੂਲ ਜਿਹੜਾ ਆ ਉਹ ਹੈ ਓਪਨ, ਪਰ ਤੁਹਾਡੇ ਜਿਹੜੇ ਇਮੋਸ਼ਨਸ ਆ, ਜਜ਼ਬਾਤ ਆ ਤੇ ਤੁਸੀਂ ਜੋ ਤੁਸੀਂ ਚਾਹੁੰਦੇ ਆ ਉਹਦੇ ਕਰਕੇ ਜਿਹੜਾ ਸਕੂਲ ਆ ਉਹਦੇ ਵਿੱਚ ਬੱਚੇ ਅੱਜ ਨਹੀਂ ਆਏ। ਤੇ ਉਹਦੇ ਵਿੱਚ ਵੀ ਸਾਨੂੰ ਇਹ ਗੱਲ ਦਿਮਾਗ 'ਚ ਲੈਣੀ ਪੈਣੀ ਹੈ ਕਿ ਕਿੰਨੀ ਸਪੋਰਟ ਹੈ ਇਸ ਸ਼ਖਸ ਦੀ। ਇਹ ਨਹੀਂ ਕਿ ਉਹ ਕੋਈ ਗਲਤ ਕੰਮ ਕਰੇ ਕਿ ਤੁਸੀਂ ਉਹਨਾਂ ਸਹਿਮਤ ਹੋਵੋਗੇ, ਪਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ। ਆਈ ਫੀਲ ਦਾ ਇੱਥੇ ਸਾਨੂੰ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਵੀ 3-4 ਘੰਟੇ ਇਹੀ ਗੱਲ ਤੇ ਲਾਏ। ਆਈ ਡੋਂਟ ਸੀ ਕਿ ਇੱਥੇ ਹੋਰ ਕੋਈ ਬੋਰਡ ਦਾ ਮੈਂਬਰ ਖੜਾ ਹੈ ਰਾਈਟ ਨਾਓ, ਪਰ ਲਾਈਕ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਨੂੰ ਇਹ ਗੱਲ ਆਪਣੇ ਵੱਲੋਂ ਜਿੰਨਾ ਚਿਰ ਲੱਗਦਾ ਸਵਾਲ ਜਵਾਬ ਕਰਨਾ ਮੈਂ ਕਰੂੰਗਾ, ਪਰ ਇਸ ਤੋਂ ਅੱਗੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਸਕਦਾ। ਪਰ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ
ਇੱਕ ਪ੍ਰੋਸੈਸ ਜ਼ਰੂਰ ਇਹਦੇ ਵਿੱਚ ਰਿਵਿਊ ਲਈ ਹੋ ਸਕਦਾ ਹੈ ਕਿ ਵਾਕਈ ਇਹ ਜਿਹੜਾ ਕਦਮ ਚੁੱਕਿਆ ਗਿਆ ਹੈ ਕਿ ਉਹਨਾਂ ਨਾਲ ਬੈਠ ਕੇ ਇਹ ਗੱਲਬਾਤ ਹੋ ਸਕਦੀ ਹੈ। ਜੇ ਉਹ ਚਾਹਣ ਇਹ ਅਸੀਂ ਉਹਨਾਂ ਤੇ ਵੀ ਗੱਲ ਛੱਡ ਸਕਦੇ ਹਾਂ। ਇਹ ਮੈਂ ਆਪਣੇ ਵੱਲੋਂ ਕਹਿ ਰਿਹਾ, ਮੈਂ ਪੂਰਾ ਬੋਰਡ ਨਹੀਂ ਹੈਗਾ ਉਹਦਾ, ਮੈਂ ਇਹ ਵੀ ਕਲੈਰੀਫਾਈ ਕਰ ਲਵਾਂ, ਮੈਂ ਇਹ ਫੀਲ ਕਰ ਰਿਹਾ। ਕੱਲ ਜਦੋਂ ਸਟਾਫ ਦੀਆਂ ਗੱਲਾਂ ਸੁਣੀਆਂ ਉਹਦੇ ਵਿੱਚ ਇੱਦਾਂ ਲੱਗਿਆ ਕਿ ਅਸੀਂ ਆਮ ਕਈ ਮਿਸਟੇਕਸ ਮੇਕ ਕਰ ਲਈਆਂ, ਉਹਨੂੰ ਸੁਧਾਰੀਏ। ਤੇ ਹੁਣ ਵੀ ਜਦੋਂ ਇਹ ਹੈ ਕਿ ਇਹ ਜਿਹੜਾ ਆਪਸ਼ਨ ਹੈ ਸਾਨੂੰ ਦੇਖਣਾ ਚਾਹੀਦਾ ਕਿ ਜੇ ਇੰਨੇ ਪੇਰੈਂਟਸ ਤੇ ਜਿਹੜੀ ਸੰਗਤ ਆ ਜਿਹੜੀ ਬੱਚਿਆਂ ਦੇ ਨਾਲ ਜੁੜੀ ਹੈ ਕਿ ਜੇ ਉਹ ਇਹ ਗੱਲ ਚਾਹੁੰਦੇ ਆ ਕਿ ਅਸੀਂ ਇੱਕ ਉਹਨਾਂ ਦੇ ਨਾਲ ਮੀਡੀਏਸ਼ਨ ਸ਼ੁਰੂ ਕਰੀਏ, then we should be accepting of that. ਸਤਿ ਸ਼੍ਰੀ ਅਕਾਲ। ਕੁਐਸਚਨ ਆਨਸਰ ਕਰ ਲਈਏ ਜੀ ਮੈਂ ਲਿਆ ਕੋਈ ਨਾ ਆਪਣਾ ਸਵਾਲ ਜਵਾਬ ਕਰ ਲਈਏ। ਸਵਾਲ ਜਵਾਬ ਕਰ ਲਈਏ। ਸਵਾਲ ਜਵਾਬ ਉਹ ਪੁੱਛ ਲਈਏ। ਵੇਟ ਕਰੋ ਜੀ, ਵੇਟ ਕਰੋ। ਸੋ ਬਾਬਾ ਜੀ ਦੀ ਗੱਲ ਵੀ ਠੀਕ ਹੈ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਐਜ਼ ਲਾਈਕ ਮੈਂ ਇਹੀ ਤਾਂ ਹੀ ਮੈਂ ਗੱਲ ਕੀਤੀ ਸੀਗੀ ਕਿ ਇੱਕ ਮੈਂ ਹੈਗਾ ਆ, ਮੈਂ ਇਹ ਗੱਲ ਮੁੜ ਕੇ ਲਿਜਾ ਕੇ ਇਹ ਤੇ ਕੰਮ ਕਰੂੰਗਾ। ਐਟਲੀਸਟ ਜੇ ਮੈਂ ਜਵਾਬ ਦਾ ਤੁਹਾਨੂੰ ਹੈਗਾ ਆ, ਤੁਸੀਂ ਮੇਰੀ ਸ਼ਕਲ ਦੇਖੀ ਹੈ, ਮੇਰਾ ਨਾਂ ਤੁਹਾਨੂੰ ਪਤਾ ਇੱਥੇ ਵੀ ਹੁੰਦਾ ਹੈ, ਮੈਂ ਜਵਾਬ ਦਾ ਹੈਗਾ ਕਿ ਮੈਂ ਆਪਣੇ ਵੱਲੋਂ ਇਹ ਪੂਰੀ ਕੋਸ਼ਿਸ਼ ਕਰੂੰਗਾ ਕਿ ਆਪਾਂ ਇੱਕ ਪ੍ਰੋਸੈਸ ਦੇ ਵਿੱਚ ਪੈ ਜਾਈਏ। ਜੇ ਮੇਰੇ ਗੱਲ ਖਤਮ ਕਰਨ ਤੋਂ ਪਹਿਲਾਂ ਉਹਦਾ ਮਤਲਬ ਇਹ ਸੀ ਕਿ ਜੇ ਮੀਡੀਏਸ਼ਨ ਦੇ ਵਿੱਚ ਭਾਈ ਕੁਲਦੀਪ ਸਿੰਘ ਚਾਹੁੰਦੇ ਆ ਕਿ ਜਿਹੜੇ ਕੋਈ ਜ਼ਿੰਮੇਵਾਰ ਪੇਰੈਂਟਸ ਆ ਜਾਂ ਪੈਕ ਆ ਉਹਨਾਂ ਦੇ ਵਿੱਚੋਂ ਉਹ ਵੀ ਵਿੱਚ ਇਹਦੇ ਗੱਲ ਦੇ ਵਿੱਚ ਇੱਕ ਦੋ ਜਿਹੜੇ ਆ ਸ਼ਾਮਲ ਹੋ ਜਾਣ। I don't think that we should mind that. ਸਾਡੇ ਪੇਰੈਂਟਸ ਜਿਹੜੀ ਮੈਂ ਕੱਲ ਇਹ ਗੱਲ ਕੀਤੀ ਸੀ ਕਿ ਮੈਂ ਅੱਜ ਵੀ ਦੁਹਰਾਉਂਦਾ ਹਾਂ, 6 ਮਹੀਨੇ ਤੱਕ ਕੋਵਿਡ ਦੇ ਵਿੱਚ ਲੰਘੇ ਤੇ ਕਈ ਜਿਹੜੇ ਪ੍ਰੋਸੈਸਸ ਮੈਂ ਪਰਸਨਲੀ ਚਾਹੁੰਦਾ ਹਾਂ ਕਿ ਸਕੂਲ 'ਚ ਆਉਣ ਉਹ ਸਾਡੇ ਕੋਲ ਨਹੀਂ ਹਾਲੇ ਤੱਕ ਕਰ ਹੋਏ। ਪਰ ਜਿਹੜਾ ਪੈਕ ਤੋਂ ਵੀ ਅਸੀਂ ਬੜੀ ਦੂਰੀ ਰੱਖੀ ਹੈ। ਅਸੀਂ ਪੈਕ ਦੇ ਨਾਲ ਮਿਲਣਾ ਚਾਹੀਦਾ ਹੈ, ਮਹੀਨੇ ਬਾਅਦ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ, we should be at those meetings. ਇਹ ਰੀਅਲਾਈਜ਼ੇਸ਼ਨ ਦਾ ਸਾਲ ਡੇਢ ਸਾਲ ਕਈ ਪੈਕ ਦੇ ਮੈਂਬਰਸ ਨੇ ਮੈਨੂੰ ਪਰਸਨਲੀ ਵੀ ਇਹ ਗੱਲ ਤੇ ਅਪਰੋਚ ਕੀਤਾ। ਮੈਂ ਵੀ ਇੱਥੇ ਤੁਹਾਡੇ ਮੂਹਰੇ ਝੂਠ ਬੋਲਾਂ ਕਿ ਐਜ਼ ਐਨ ਲਾਈਕ ਇਹ ਗੱਲ ਨਹੀਂ ਸਾਡੇ ਤੱਕ ਆਈ, ਸਾਡੀ ਕੰਨਾਂ ਤੱਕ ਇਹ ਗੱਲ ਸਾਲ ਪਹਿਲਾਂ ਵੀ ਆਈ ਸੀ ਕਿ ਪੈਕ ਦੇ ਨਾਲ ਤੁਸੀਂ ਬੈਠਿਆ ਕਰੋ। ਸੋ ਉਸ ਦੇ ਵਿੱਚ ਸਾਨੂੰ ਇਹੋ ਜਿਹੇ ਕੰਮ ਕਰਨੇ ਪੈਣੇ ਆ ਕਿ ਜਿਹੜੇ ਪੈਕ ਆ ਉਹਨਾਂ ਦੇ ਨਾਲ ਜੇ ਔਨ ਗੋਇੰਗ ਅਸੀਂ ਇੰਨੀ ਕਲੈਰਿਟੀ ਤੇ ਟਰਾਂਸਪੇਰੈਂਸੀ ਰੱਖ ਸਕਦੇ ਆ ਕਿ ਜਿਹਦੇ ਵਿੱਚ ਉਹ ਆਪਣੇ ਜਿਹੜੇ ਸਵਾਲ ਆ ਸਾਡੇ ਕੋਲ ਮਹੀਨੇ ਬਾਅਦ ਉਹ ਆਉਣੇ ਚਾਹੀਦੇ ਆ। ਜਿੰਨੇ ਵੀ ਇਹ ਗੱਲਾਂ ਅਸੀਂ ਇੱਥੇ ਹੁਣ ਕਰ ਰਹੇ ਆ ਇਹ ਸਾਰਾ ਕੁਝ ਅਵੋਇਡੇਬਲ ਸੀਗਾ। ਲਾਈਕ ਐਜ਼ ਐਨ ਬੱਚਿਆਂ ਨੂੰ ਸਕੂਲ ਦੇ ਵਿੱਚ ਨਾ ਆਉਣਾ, ਪੁਲਿਸ ਦੀਆਂ ਗੱਡੀਆਂ ਇੱਥੇ ਲੱਗਣੀਆਂ, ਐਜ਼ ਐਨ ਇਕੱਠ ਹੋਣਾ, ਇਹ ਸਾਰਾ ਕੁਝ ਜੇ ਹੋਰ ਕਦਮ ਅਸੀਂ ਚੁੱਕਦੇ ਐਜ਼ ਅ ਬੋਰਡ ਉਹ ਅਵੋਇਡੇਬਲ ਸੀ। ਸੋ ਇਹ ਗੱਲਾਂ ਸਾਨੂੰ ਮੰਨ ਕੇ ਵੀ ਤੁਰਨੀਆਂ ਪੈਣੀਆਂ ਕਿ ਜਿੱਥੇ ਸਾਡੀ ਕਮਜ਼ੋਰੀ ਹੈ ਜਾਂ ਗਲਤੀ ਹੈ ਐਟਲੀਸਟ ਐਕਸੈਪਟਡ ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸੋ ਮੈਂ ਇੱਥੇ ਐਕਚੁਅਲੀ ਸਟਾਪ ਕਰਦਾ ਕਰਕੇ ਸਮਾਂ ਕਾਫੀ ਹੋਈ ਜਾ ਰਿਹਾ ਹੈ। ਤੇ ਜਿਹੜੇ ਸਵਾਲ ਆ ਡੈਫੀਨਿਟਲੀ ਜੇ ਕੋਈ ਕਿਸੇ ਦਾ ਸਵਾਲ ਆ, ਹਾਂ ਮੈਂ ਇੱਕ ਬੰਦਾ ਇੱਥੇ ਹੈਗਾ ਆ ਬੋਰਡ ਦੇ ਵਿੱਚੋਂ, ਪਰ ਮੇਰੀ ਜੇ ਇੰਨੀ ਜ਼ਿੰਮੇਵਾਰੀ ਹੈਗੀ ਹੈ ਕਿ ਇਹ ਗੱਲ ਅੱਗੇ ਜਾ ਕੇ ਇਹਨੂੰ ਕਿਤੇ ਸਿਰੇ ਲਾਈਏ। ਆਈ ਕੈਨ ਟੇਕ ਦੈਟ ਮਚ ਰਿਸਪੌਂਸਿਬਿਲਿਟੀ ਫॉर ਸ਼ੋਰ ਕਿ ਆਪਾਂ ਨੂੰ ਇਹ ਕਦਮ ਚੁੱਕਣੇ ਚਾਹੀਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਸਾਹਿਬ ਜੀ, ਪਲੀਜ਼ ਸਟੇ ਹੇਅਰ। ਭਾਈ ਲਖਵਿੰਦਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਛਾ, ਆਈ ਅੰਡਰਸਟੈਂਡ ਆਪਾਂ ਸਵਾਲ ਪੁੱਛਣੇ ਆ ਹਨਾ, ਪਰ ਮੈਂ ਆਪ ਕਰਦੇ ਸਾਰੀਆਂ ਗੱਲਾਂ ਕਰਾਂਗੇ। ਜਿੱਦਾਂ ਭਾਈ ਸਾਹਿਬ ਨੇ ਕਿਹਾ ਆਪਾਂ ਪ੍ਰੋਡਕਟਿਵਿਟੀ ਵੱਲ ਦੀ ਧਿਆਨ ਲਾਉਣਾ, ਜਿੱਦਾਂ ਵੀ ਉਹ ਆਲਰੇਡੀ ਉਹ ਵੀ ਉਹ ਗੱਲ ਨੂੰ ਠੀਕ ਸਮਝਦੇ ਨੇ ਕਿ ਮੀਡੀਏਸ਼ਨ ਹੋ ਸਕਦੀ, ਭਾਈ ਸਾਹਿਬ ਨੂੰ ਲੈ ਕੇ ਆਇਆ ਜਾ ਸਕਦਾ। ਆਪਾਂ ਇੱਕ ਫਾਰਮੈਟ ਜਸਟ ਡਿਸਾਈਡ ਐਂ ਕਰ ਲਈਏ ਵੀ ਵਾਈ ਡੋਂਟ ਵੀ ਆਪਾਂ ਇਹ ਗੱਲ, ਕਿਉਂਕਿ ਹਾਲੀ ਇਹਨਾਂ ਦੇ ਕੋਲ ਮੈਂਬਰ ਇੱਥੇ ਹੈਗੇ ਨੇ, ਭਾਈ ਸਾਹਿਬ ਉਹਨਾਂ ਨੂੰ ਬੁਲਾ ਵੀ ਸਕਦੇ ਨੇ, ਉਹਨਾਂ ਨਾਲ ਜਾ ਕੇ ਗੱਲ ਵੀ ਕਰ ਸਕਦੇ ਨੇ, ਜੋ ਵੀ ਆਪਾਂ ਹੁਣ ਇੱਥੋਂ ਗੱਲ ਸ਼ੁਰੂ ਕਰਾਂਗੇ। ਵਾਇਲ ਸੋ ਆਪਾਂ ਇੱਕ ਮਿੰਟ ਜੇ ਮੰਨ ਲਓ ਆਪਾਂ ਕੁਐਸਚਨਸ ਹੋਲਡ ਕਰ ਲਈਏ ਤੇ ਜਿਹੜੀਆਂ ਗੱਲਾਂ ਰਿਜ਼ੋਲਵ ਕਰਨੀਆਂ ਨੇ ਹਨਾ, ਲੌਜਿਸਟੀਕਲ ਇਸ਼ੂਜ਼ ਤੇ ਸਾਡੇ ਸਵਾਲ, ਉਹਦੇ ਇਲਾਵਾ ਉਹਨੂੰ ਵਿੱਚ ਟਾਈਮ ਪਾਉਣ ਵਾਸਤੇ ਆਪਾਂ ਪਹਿਲਾ ਜਿਹੜਾ ਨੰਬਰ 1 ਗੋਲ ਆ ਵੀ ਸਕੂਲ ਰੀਓਪਨ ਕਿੱਦਾਂ ਹੋ ਸਕਦਾ ਇਮੀਡੀਏਟਲੀ, ਛੇਤੀ ਤੋਂ ਛੇਤੀ ਹਨਾ। ਆਪਾਂ ਈਦਰ ਸਾਰੀਆਂ ਗੱਲਾਂ ਪਹਿਲਾਂ ਨਿਬੜਨ ਫਿਰ ਸਕੂਲ ਓਪਨ ਹੋਵੇ ਵਰਸਸ ਸਕੂਲ ਤਾਂ ਪਹਿਲਾਂ ਸ਼ੁਰੂ ਕਰੀਏ, ਨਿਆਣੇ ਤਾਂ ਜਾਣ ਜੋਗੇ ਹੋਣ, ਤੇ ਨਾਲ ਆਪਾਂ ਗੱਲਾਂ ਕਰੀਏ। ਆਪਾਂ ਦੂਜਾ ਫਾਰਮੂਲਾ ਇਹ ਲਾ ਸਕਦੇ ਹਾਂ। ਸੋ ਭਾਈ ਸਾਹਿਬ ਜੀ, ਸਾਡੀ ਬੇਨਤੀ ਅਸੀਂ ਐਂ ਜ਼ਰੂਰ ਮੈਂ ਕਰਨੀ ਚਾਹੂੰਗਾ ਔਨ ਬਿਹਾਫ ਆਫ ਕਿ ਮਤਲਬ ਟੈਂਪਰੇਰੀਲੀ ਕਹਿ ਲਓ ਹਨਾ ਵੀ 2 ਵੀਕ ਕਹਿ ਲਓ ਵੀ ਮਿਸਟਰ ਹੇਅਰ ਨੂੰ ਲਿਆ ਕੇ ਸਵੇਰੇ ਇੱਥੇ ਫੋਰ ਐਗਜ਼ਾਮਪਲ ਜੇ ਤੁਸੀਂ ਰੀਇਨਸਟੇਟ ਕਰ ਦਿਓ ਤਾਂ ਕਿ ਕੱਲ ਨੂੰ ਬੱਚੇ ਵੀ ਆ ਜਾਣ, ਪਹਿਲਾ ਕੰਮ ਸਕੂਲ ਸ਼ੁਰੂ ਹੋ ਜਾਵੇ। ਜੋ ਫੰਕਸ਼ਨ ਇੰਨੇ ਸਾਲ ਚੱਲਿਆ ਉਹਨੂੰ 2 ਵੀਕ 3 ਵੀਕ ਤੁਸੀਂ ਹੋਰ ਮੰਨ ਕੇ ਚੱਲੋ ਕਿ ਐਜ਼ ਫੰਕਸ਼ਨ ਕਰ ਦਿਓ। ਐਂਡ ਉਹਦੇ ਪੈਰਲਲ ਜਿਹੜੇ ਵੀ ਸਵਾਲ ਨੇ ਉਹ ਵੀ ਆਫ ਕੋਰਸ ਤੁਸੀਂ ਐਡਰੈਸ ਕਰ ਸਕਦੇ, ਗੱਲ ਕਰ ਸਕਦੇ ਹੋ।
ਆਪਾਂ ਕੱਲ ਨੂੰ ਪਰਸੋਂ ਜਾਂ ਜਦੋਂ ਦੀ ਵੀ ਕੋਈ ਵੀਕਐਂਡ ਦੀ ਸਾਰਿਆਂ ਦੀ ਕਨਵੀਨੀਅੰਸ ਟਾਈਮ ਦੀ ਕੋਈ ਨੈਕਸਟ ਮੀਟਿੰਗ ਰੱਖ ਲਈਏ, ਉਹਦੇ ਜਿਹੜੇ ਬਾਕੀ ਮਸਲੇ ਨੇ ਉਹਨਾਂ ਦੀ ਗੱਲਬਾਤ ਹੋ ਜਾਵੇ। ਐਂਡ ਆਪਾਂ ਜੋ ਮਿਸਟਰ ਹੇਅਰ ਦੇ ਨਾਲ ਐਕਚੁਅਲ ਤੁਹਾਡੇ ਡਿਫਰੈਂਸਿਸ ਨੇ ਉਹਦੀ ਜੋ ਵੀ ਕਿੱਦਾਂ ਰਿਜ਼ੋਲਵ ਕਰਨਾ, ਜਾਂ ਜੇ ਇਵਨ ਪਾਰਟਵੇਜ਼ ਵੀ ਕਰਨਾ, ਉਹਦਾ ਪ੍ਰੋਸੈਸ ਡਿਫਾਈਨ ਕਰਨ ਲਈ ਆਪਾਂ ਨਾਲ ਪੈਰਲਲ ਵਰਕ ਸ਼ੁਰੂ ਕਰ ਲਈਏ। ਸੋ ਸਾਡੀ ਬੇਨਤੀ ਹੈ, ਜਿਵੇਂ ਤੁਸੀਂ ਸਾਰਿਆਂ ਦਾ ਰਿਸਪੌਂਸ ਸੁਣ ਹੀ ਲਿਆ, ਪਲੀਜ਼ ਉਹਦੇ ਉੱਪਰ ਜੇ ਕੁਝ ਇਮੀਡੀਏਟਲੀ ਪਹਿਲਾਂ ਕਰ ਸਕਦੇ ਹੋ ਤੇ ਗੱਡੀ ਤੁਰਦੀ ਕਰੀਏ ਪਹਿਲਾਂ ਹਾਲ ਦੀ ਕੜੀ, ਤੇ ਬਾਕੀ ਦੀਆਂ ਜਿਹੜੀਆਂ ਗੱਲਾਂ ਆਪਾਂ ਫਿਰ ਪੈਰਲਲ ਟਾਈਮਲਾਈਨ ਮਿੱਥ ਕਰ ਲੈਂਦੇ 2-3 ਵੀਕਾਂ 'ਚ, ਤੁਸੀਂ ਜਿਵੇਂ ਵੀ ਮੁਨਾਸਿਬ ਸਮਝੋ। ਅੰਕਲ ਜੀ ਪਲੀਜ਼ ਇਹਨਾਂ ਨੂੰ ਗੱਲ ਕਰ ਲਓ। ਉਹ ਕਰਦੇ ਆ ਨਾ, ਪਲੀਜ਼ ਕਰਦੇ ਆ ਜੀ, ਉਹਨਾਂ ਦੀ ਗੱਲ ਜੀ। ਇਹਦੇ ਵਿੱਚ ਜਿੱਦਾਂ ਪਹਿਲਾਂ ਵੀ ਮੈਂ ਕਿਹਾ ਸੀ ਕਿ ਲੱਗੇ ਇੱਕ ਪਰਸਨ ਹੋਣ ਦੇ ਨਾਤੇ ਇਹ ਸਾਰੀ ਇਨਫੋਰਮੇਸ਼ਨ ਮੈਂ ਅੱਗੇ ਤਾਂ ਲਿਜਾ ਸਕਦਾ, ਪਰ ਜੇ ਆਪਾਂ ਇਹਦੀ ਜਿਹੜੀ ਰਿਸਪੌਂਸਿਬਿਲਿਟੀ ਹੈ ਕਿ ਬੁਲਾਓ ਉਹਨਾਂ ਨੂੰ ਸਾਰੇ ਖੜੋ ਇੱਥੇ, ਸਾਨੂੰ ਪਤਾ ਲੱਗੇ। ਅਸੀਂ ਸ਼ਕਲਾਂ ਦੇਖੀਏ ਕਿ ਇਹੋ ਜਿਹੇ ਬੰਦੇ ਆ, ਸਾਰੇ ਹੱਥੀ ਖੜਾਓ ਲਿਆਓ ਇੱਥੇ ਉਹਨਾਂ ਨੂੰ। ਅਸੀਂ ਸ਼ਕਲਾਂ ਦੇਖੀਏ ਉਹਨਾਂ ਦੀਆਂ, ਉਹਨਾਂ ਲੋਕੇ ਖੜੇ ਆ ਉੱਥੇ, ਉਹਨਾਂ ਸ਼ਕਲਾਂ ਦੇਖੀਏ ਅਸੀਂ ਵੀ ਕਿ ਇਹੋ ਜਿਹੇ ਬੰਦੇ ਆ, ਉਹ ਇੱਥੇ ਖੜਨ ਆ ਕੇ ਉਹ ਤੁਸੀਂ ਇੱਥੇ ਮੈਂ ਇੰਨੀ ਗੱਲ ਕਰ ਸਕਦਾ ਕਿ ਮੈਂ ਇੱਥੇ ਆਇਆ ਹਾਂ, ਮੈਂ ਕਿਸੇ ਨੂੰ ਰੋਕ ਕੇ ਨਹੀਂ ਆਇਆ ਕਿ ਕੋਈ ਆ ਸਕਦਾ ਜਾਂ ਨਹੀਂ ਆ ਸਕਦਾ। ਤੁਹਾਨੂੰ ਭੇਜਿਆ ਗਿਆ ਆ, ਤੁਹਾਨੂੰ ਭੇਜਿਆ ਗਿਆ ਆ, ਤੁਹਾਨੂੰ ਭੇਜਿਆ ਗਿਆ ਇੱਥੇ ਨਹੀਂ ਆਏ, ਇੱਥੇ ਅਸੀਂ ਫੈਸਲਾ ਨਹੀਂ ਲੈ ਸਕਦੇ, ਤੁਹਾਨੂੰ ਭੇਜਿਆ ਗਿਆ ਇੱਥੇ ਖੜੇ ਆਣੇ ਸਾਰੇ ਜਾਣੇ। ਨੋ, ਇਹ ਜਿਹੜੀ ਜਜ਼ਬਾਤਾਂ ਦੀ ਅੰਕਲ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਵਿੱਚ ਇਹ ਗੱਲ ਹੈ ਕਿ ਜੇ ਮੈਂ ਇੱਥੋਂ ਭੱਜਣਾ ਸੀਗਾ ਇੱਥੇ ਮੈਂ ਆਉਣਾ ਹੀ ਨਹੀਂ ਸੀ। ਇੱਕ ਮਿੰਟ ਆਉਣਾ ਤਾਂ ਪੈਣਾ, ਚਲਾਉਣਾ ਕਿਵੇਂ ਆ? Yeah, that's fine. ਸਾਨੂੰ ਪਤਾ ਤਾਂ ਲੱਗਿਆ ਬੰਦੇ ਕਿਹੜੇ ਆ, ਕੌਣ ਸੇ ਬੁਲਾਓ ਉਹਨਾਂ ਨੂੰ, ਦੇਖ ਲਈਏ ਕਿਹੋ ਜਿਹੇ ਹੋਣਗੇ। ਮੈਂ ਆਪਣੀ ਗੱਲ ਫਿਨਿਸ਼ ਕਰ ਲਵਾਂ। ਸਾਰੇ ਵਾਲੇ ਮਿਹਨਤ ਤਾਂ ਸੀ ਉਹਨਾਂ ਨੂੰ, ਉਹ ਵੀ ਤਾਂ ਇਕੱਲੇ ਆ ਗਏ ਹੋ ਇੱਥੇ, ਇਕੱਲੇ ਨਹੀਂ ਭੇਜਿਆ ਗਿਆ ਜੀ। ਉਹੀ ਤਾਂ ਗੱਲ ਆ, ਸੋਨੂੰ ਬੁਲਾਓਗੇ ਇੱਥੇ, ਤੁਹਾਡੇ ਇਕੱਲਿਆਂ ਨਾਲ ਗੱਲ ਕੀ ਕਰਨੀ ਆ? ਅਸੀਂ ਭੇਜਿਆ ਗਿਆ ਜੀ, ਜਿੱਥੇ ਵੀ ਇੱਥੇ ਉਹਨਾਂ ਨੂੰ ਬੁਲਾਓ ਤਾਂ ਦੇਖੀਏ ਬੰਦੇ ਉਹਨਾਂ ਨੂੰ। ਦੈਟਸ ਫਾਈਨ, ਮੈਂ ਇੱਕ ਵਾਰੀ ਗੱਲ ਕਰ ਲਵਾਂ ਫਿਰ ਤੁਹਾਨੂੰ ਮੈਂ ਦੱਸਦਾ। ਇੱਕ ਅਸੀਂ ਸਾਰੇ ਪੇਰੈਂਟਸ ਮਿੰਟ ਇੰਨੇ ਖੜੇ ਆ ਇੱਥੇ, ਉਹ ਅੰਦਰ ਬੜੇ ਆ। ਸੋ ਭਾਈ ਸਾਹਿਬ ਜਿਹੜੇ ਅੰਦਰ ਬੜੇ ਆ ਉਹ ਉਹਨਾਂ ਨੂੰ ਪਤਾ ਹੋਊਗਾ। ਜਿੱਦਾਂ ਤੁਸੀਂ ਕਿਹਾ ਇਕੱਲੇ ਨਾਲ ਲੈ ਕੇ ਆਓ, ਉਹਨਾਂ ਨਾਲ ਲੈ ਕੇ ਆਓ, ਉਹਨਾਂ ਨੂੰ ਉਹਨਾਂ ਨਾਲ ਲੈ ਕੇ ਆਓ, ਉਹਨਾਂ ਨੂੰ ਨਾਲ ਲੈ ਕੇ ਆਓ। I know, that's why I'm standing here as ਅਸੀਂ well. ਬੇਵਕੂਫ ਤਾਂ ਨਹੀਂ ਖੜੇ ਸੋ ਇੱਥੇ। ਮੈਂ ਇੱਥੇ ਭਾਈ ਸਾਹਿਬ ਜਿਹੜੀ ਇਹ ਗੱਲਾਂ ਆ, ਮੈਂ ਤੁਹਾਡੇ ਇੱਥੇ ਨਾਲ ਖੜਾ ਆ, ਮੈਂ ਇੱਥੇ ਖੜਨ ਲਈ ਤਿਆਰ ਹਾਂ। ਜਿਹੜੇ ਜਿੰਨੇ ਵੀ ਬੋਰਡ ਮੈਂਬਰਸ ਇੱਥੇ ਜਿਹੜਾ ਕੋਈ ਸੁਣ ਰਿਹਾ ਉਹਨੂੰ ਇੱਥੇ ਆਉਣਾ ਚਾਹੀਦਾ ਹੈ। ਫਿਰ ਤੁਸੀਂ ਲੈ ਕੇ ਆਓ, ਤੁਸੀਂ ਲੈ ਕੇ ਆਓ ਬਾਈ ਜੀ। ਸੋ ਮੈਨੂੰ ਜੇ ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ ਬਾਈ ਜੀ, ਤੁਸੀਂ ਥੱਲਿਓਂ ਤਰੱਕੀ ਕੀਤੀ ਹੈ, ਗੁਰੂ ਘਰ ਦੀ ਸੇਵਾ ਲਈ ਹੈ, ਠੀਕ ਹੈ। ਮੈਂ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਰਿਸ਼ਤੇਦਾਰ ਹਾਂ। ਮਿਸਟਰ ਹੇਅਰ ਨਾਲ 84 ਦਾ ਕਲਾਸ ਫੈਲੋ ਹੈ। ਢੀਂਡਸਾ ਸਾਹਿਬ ਪਰਿਵਾਰ ਨਾਲ ਵੀ ਜੁੜਿਆ ਮੈਂ। ਜਿਹੜੀ ਟੈਨਸ਼ਨ ਢੀਂਡਸਾ ਸਾਹਿਬ ਪ੍ਰਤੀ ਜਾਂ ਬਲਦੀਪ ਸਿੰਘ ਹੇਅਰ ਪ੍ਰਤੀ ਤੁਹਾਡੀ ਹੈ, ਕੀ ਤੁਹਾਡੇ ਦੂਜੇ ਮੈਂਬਰਾਂ ਦੀ ਹੈਗੀ ਹੈ? ਜਿਹੜੀ ਟੈਨਸ਼ਨ ਤੁਹਾਡੀ ਆ ਗੁਰੂ ਘਰ ਦੀ, ਤੁਹਾਡੀ ਐਜ ਏ ਪਰਸਨ ਢੀਂਡਸਾ ਸਾਹਿਬ ਪ੍ਰਤੀ, ਸਾਡੀ ਭੈਣ ਅਮਨ ਪ੍ਰਤੀ, ਜਾਂ ਮਿਸਟਰ ਬਲਦੀਪ ਸਿੰਘ ਹੇਅਰ ਪ੍ਰਤੀ ਹੈਗੀ, ਦੂਜਿਆਂ ਦੀ ਹੈਗੀ? ਦੂਜਿਆਂ ਦੀ ਹੈਗੀ? ਹਾਂਜੀ, ਜਾਂ ਜਿਹੜੇ ਪਹਿਲਾਂ ਰਹਿ ਕੇ ਗਏ ਆ ਉਹਨਾਂ ਦੀ ਟੈਨਸ਼ਨ ਹੈਗੀ? ਉਵੇਂ ਢੀਂਡਸਾ ਸਾਹਿਬ ਪ੍ਰਤੀ ਜਾਂ ਬਲਬੀਰ ਸਿੰਘ ਜਾਂ ਇਹ ਸੱਚੇ ਇੱਕ ਜਿਹੜਾ ਬਟਮੁੰਡਾ ਇੰਸਟੀਚਿਊਸ਼ਨ ਹੈ ਇਹਦੇ ਪ੍ਰਤੀ ਉਹਨਾਂ ਦੀ ਪੋਜ਼ਿਟਿਵ ਸੋਚ ਸੀਗੀ? ਨਹੀਂ ਤੁਹਾਡੀ ਫਿਰ ਨਹੀਂ ਨਾ, ਇਹ ਤੁਹਾਡੇ ਨਿੱਜੀ ਵਿਚਾਰ ਆ ਨਾ। ਮੈਂ ਆਪਣੇ ਗੱਲ ਤੋਂ ਨਿੱਜੀ ਹਾਂਜੀ, ਦੂਜੇ ਨੰਬਰ ਤੇ ਸੋ ਇੱਕ ਮਿੰਟ ਤੁਸੀਂ ਸਵਾਲ ਪੁੱਛਿਆ ਭਾਈ ਸਾਹਿਬ। ਹਾਂਜੀ, ਤੁਸੀਂ ਕਿਹਾ ਕਿ ਨਿੱਜੀ ਵਿਚਾਰ ਆ ਕਿ ਗੁਰਦੁਆਰਾ ਸਾਹਿਬ ਦੇ 313 ਮੈਂਬਰ ਆ। ਭਾਈ ਗੁਰਦੁਆਰਾ ਸਾਹਿਬ ਦੇ ਨਹੀਂ, ਸਕੂਲ ਬੋਰਡ ਦੇ ਕਹਿਣ ਦੀ ਗੱਲ ਕਰ ਸਾਨੂੰ ਸਕੂਲ ਬੋਰਡ ਪ੍ਰਤੀ ਹੈ ਜੀ। ਸਕੂਲ ਬੋਰਡ ਪ੍ਰਤੀ ਭਾਈ ਸਾਹਿਬ ਗੁਰਦੁਆਰੇ ਦਾ ਕੋਈ ਵੀ ਲਾਈਕ ਵਿਅਕਤੀ ਜਿਹੜਾ ਆ, 3 ਅਸੀਂ ਜਿਹੜੇ ਮੈਂਬਰ ਜਿਹੜੇ ਗਿਣੇ ਜਾਂਦੇ ਆ ਗੁਰਦੁਆਰਿਆਂ ਦੇ। ਐਸੇ ਕੋਈ ਇੱਕ ਮਿੰਟ ਮੈਂ ਤੁਹਾਨੂੰ, ਜੇ ਤੁਸੀਂ ਇਹੀ ਗੱਲ ਕਰਨੀ ਮੈਂ ਤੁਹਾਨੂੰ ਸਮਝਾ ਦਿੰਦਾ ਆ ਜਿੰਨੀ ਕੁ ਮੈਂ ਸਮਝਾ ਸਕਦਾ। ਭਾਈ ਜੀ ਅਸੀਂ ਬਾਹਰ ਕੰਮਾਂ ਲਈ ਜਾਣਾ ਚਾਹੁੰਦੇ। ਦੇਖੋ ਜੀ ਆਪਣੇ ਸੋਇਸੀ ਇੱਥੇ ਦੇਖੋ, ਸਾਡਾ ਫੈਸਲਾ ਇਹ ਹੈ ਜਿੰਨਾ ਚਿਰ ਮਿਸਟਰ ਹੇਅਰ ਇੱਥੇ 22 ਇੱਜ਼ਤ ਲੈ ਕੇ ਆਉਂਦੇ ਬੱਚਾ ਇੱਕ ਵੀ ਸਕੂਲ ਨਹੀਂ, ਇੱਕ ਵੀ ਨਹੀਂ ਆਊਗਾ। ਦੂਜੇ ਨੰਬਰ ਤੇ ਜਾਂ ਕੋਈ ਸਰੀ ਆਰਸੀਐਮਪੀ ਆਉਂਦੀ ਹੈ ਜਾਂ ਕੋਈ ਹੋਰ ਆਉਂਦੀ ਹੈ, ਸਾਡੇ ਤੇ ਜੇ ਬਾਏ ਕੋਈ ਫੋਰਸ ਕਰਨ ਦੀ ਕੋਸ਼ਿਸ਼ ਕਰਦੀ ਹੈ, ਅਸੀਂ ਇਸ ਦੀ ਭਾਜੀ ਮੋੜਾਂਗੇ। ਕੱਲ ਨੂੰ ਰੈਫਰੈਂਡਮ ਆਉਣਾ ਹੈ, ਫਿਰ ਅਸੀਂ ਦੱਸਾਂਗੇ ਅਸੀਂ ਕੀ ਰੈਫਰੈਂਡਮ ਦੇ ਵਿੱਚ ਵੀ ਇਹਦੇ ਫੇਵਰ ਜਾਂਦੇ ਜਾਂ ਨਹੀਂ ਜਾਂਦੇ। ਅਸੀਂ ਜਾਨ ਵਾਰ ਸਕਦੇ ਹਾਂ, ਅਸੀਂ ਫੇਰ ਨੂੰ 22 ਇੱਜ਼ਤ ਇੱਥੇ ਆਉਣ। ਤੁਹਾਡਾ ਧੰਨਵਾਦ ਕਰਦੇ ਜਿਨ੍ਹਾਂ ਸਾਡੇ ਸਿਰ ਪੈਰ ਧਰੇ, ਸਾਡੇ ਸਿਰ ਤੇ ਧਰਿਆ। ਜਦੋਂ ਤੁਹਾਡਾ ਫੈਸਲਾ ਨਹੀਂ ਅਸੀਂ ਬੋਰਡ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ,
ਬੇਨਤੀ ਚਲੋ ਉਹ ਸਾਡੇ ਜਜ਼ਬਾਤ ਸੁਣ। ਜਿੰਨਾ ਚਿਰ ਮਾਸਟਰ ਹੇਅਰ ਬਾਈ ਇੱਜ਼ਤ ਇੱਥੇ ਆਉਂਦੇ ਨਹੀਂ, ਮੀਡੀਆ ਤੇ ਨਹੀਂ ਕਿਹਾ ਜਾਂਦਾ ਬਟ ਇਟ ਮੈਂ ਲੇਟਮੈਂਟ ਫੇਰ ਸਵੇਰ ਦੇ ਭੁੱਲੇ ਸ਼ਾਮ ਨੂੰ ਆ ਗਏ, ਜਾਂ ਥੋੜਾ ਕੌਨਫੀਡੈਂਸ ਹੈ। ਜਿਵੇਂ ਸਟੇਜ ਸੈਕਟਰੀ ਨੇ ਕਿਹਾ ਤੁਸੀਂ ਕਿਤੇ ਲਾਇਰ ਦੇ ਗਏ, ਵਧੀਆ ਹੋ ਗਿਆ ਦੋਨਾਂ ਤਰ੍ਹਾਂ। ਬਾਈ ਇੱਜ਼ਤ ਜਿੰਨਾ ਚਿਰ ਮਿਸਟਰ ਹੇਅਰ ਨਹੀਂ ਆਉਂਦੇ ਸਕੂਲ ਦਾ ਇੱਕ ਬੱਚਾ ਨਹੀਂ ਆਊਗਾ। ਇਹ ਸਾਡਾ ਫੈਸਲਾ ਹੈ। ਸਾਨੂੰ ਭਾਵੇਂ ਅਰੈਸਟ ਕਰ ਲਓ, ਭਾਵੇਂ ਜਿਵੇਂ ਮਰਜ਼ੀ ਹੋ ਜੇ, ਸਾਡਾ ਫੈਸਲਾ ਹੈ। ਖੜੇ ਕਰੋ ਜਿੰਨਾ ਚਿਰ ਸਾਹਿਬ ਦੇ ਹੱਕ 'ਚ Virji, before you go, just couple things I want to say. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਈਮੇਲ ਸਾਨੂੰ ਆਈ ਆ ਨਾ, ਇਹ 'ਚ ਦੋ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਆ ਜਿਹੜੀਆਂ ਮੈਂ ਨੋਟਿਸ ਕੀਤੀਆਂ। ਪਹਿਲੀ ਗੱਲ ਤਾਂ ਸਾਨੂੰ ਚੇਅਰ ਬੋਰਡ ਆਫ ਡਾਇਰੈਕਟਰਸ ਨੇ ਬੁਲਾਇਆ ਆ, ਈਮੇਲ ਪਾ ਕੇ ਬੁਲਾਇਆ ਆ, ਤੇ ਅਸੀਂ ਆਏ ਕਿਹਦੇ ਕੋਲ? ਇੱਥੇ ਹੈ ਹੀ ਕੋਈ ਨਹੀਂ। ਨਹੀਂ, ਜਾਂ ਇਹ ਮੀਟਿੰਗ ਕਿਤੇ ਹੋਰ ਚੱਲ ਰਹੀ ਹੈ ਜਿਹੜੀ ਕਾਰਵਾਈ ਦੇ ਵਿੱਚ ਹੈ, ਜਿਹਦੀ ਸਾਨੂੰ ਈਮੇਲ ਪਾਈ ਗਈ ਆ। ਅਸੀਂ ਕੰਮ ਛੱਡ ਕੇ ਆਏ ਆ। ਮੇਰਾ ਜਿਹੜਾ ਬਿਜ਼ਨਸ ਆ, ਮੈਨੂੰ ਇੱਥੇ ਆਉਣਾ $400 ਚ ਪਿਆ। ਇਹ ਰਿਚ ਲੋਕਾਂ ਦਾ ਪ੍ਰਾਈਵੇਟ ਸਕੂਲ ਨਹੀਂ ਹੈ। ਇੱਥੇ ਅਸੀਂ ਆਮ ਲੋਕ ਪੜ੍ਹਦੇ ਆ, ਚਾਹੇ ਤੁਸੀਂ ਟਰੱਕ ਚਲਾਉਣੇ ਹੋ, ਚਾਹੇ ਤੁਸੀਂ ਫਰੇਮਿੰਗ ਕਰਦੇ ਹੋ। ਅਸੀਂ ਇੱਥੇ ਆਉਣੇ ਆ ਕਿਉਂਕਿ ਅਸੀਂ ਮਜਬੂਰ ਆ। ਸਾਡੇ ਕੋਲ ਸਮਾਂ ਨਹੀਂ, ਸਾਡੇ ਬੱਚਿਆਂ ਦੀ ਧਰਮ ਦੀ ਕਲਚਰ ਦੀ ਫਾਊਂਡੇਸ਼ਨ ਇੱਥੇ ਬਣਦੀ ਆ, ਜਿਹਨੂੰ ਅਸੀਂ ਆਪਦਾ ਟਾਈਮ ਕੱਢ ਕੇ ਆਪਣਾ ਪਾਲਣ ਵਾਂਗੂ ਬੱਚਿਆਂ ਨੂੰ ਪਾਲ ਲੈਂਦੇ ਆ। ਕਿਉਂਕਿ ਸਾਡੇ ਕੋਲ ਪਬਲਿਕ ਸਕੂਲ 'ਚੋਂ ਸਿਸਟਮ ਹੈ ਨਹੀਂ, ਸਾਨੂੰ ਫ੍ਰੀ ਐਜੂਕੇਸ਼ਨ ਮਿਲਦੀ ਆ। ਅਸੀਂ ਇੱਥੇ ਕੀ ਕਰਨਾ ਹੁਣ? ਕਿਉਂਕਿ ਸਾਡੇ ਲਈ ਕੁਝ ਚੀਜ਼ਾਂ ਇੰਪੋਰਟੈਂਟ ਆ। ਸੋ ਇਹ ਈਮੇਲ ਦੀ ਪਹਿਲੀ ਜਿਹੜੀ ਸਾਨੂੰ ਲਿਸਟ ਆਈ ਉਹ 'ਚ ਆਇਆ ਸਕੂਲਸ ਨਿਊ ਪ੍ਰਿੰਸੀਪਲ ਜਾਰਜੀਆ ਨਾਈਕਨ। ਜੇ ਮੈਂ ਆਪਦੇ ਬੱਚੇ ਨੂੰ ਕਿਸੇ ਇਹੋ ਜਿਹੇ ਪ੍ਰਿੰਸੀਪਲ ਦੀ ਗਾਈਡੈਂਸ 'ਚ ਪੜਾਉਣਾ ਹੋਵੇ ਜਿਹਨੂੰ ਇਹ ਨਹੀਂ ਪਤਾ ਕਿ ਮੂਲ ਮੰਤਰ ਕੀ ਆ, ਗੁਰੂ ਗ੍ਰੰਥ ਸਾਹਿਬ ਕੀ ਆ, ਪ੍ਰਕਾਸ਼ ਕਰਨਾ ਕੀ ਹੁੰਦਾ, ਸੁਖਾਸਨ ਕਰਨਾ ਕੀ ਹੁੰਦਾ, ਹੱਥ ਸੁੱਚੇ ਕਰਨੇ ਕੀ ਆ, ਸੁੱਚਾ ਭੋਜਨ ਕੀ ਆ, ਜੂਠਾ ਕੀ ਆ, ਜਿਹੜੇ ਸਾਡੇ ਬੇਸਿਕਸ ਆ, ਜਿਹਨੂੰ ਇਹ ਪਤਾ ਹੀ ਨਹੀਂ, ਫਿਰ ਤਾਂ ਯਾਰ ਮੈਨੂੰ ਫ੍ਰੀ ਐਜੂਕੇਸ਼ਨ ਸਕੂਲ ਦੇ ਰਹੇ ਨੇ, ਬੜੇ ਸੋਹਣੇ ਕਮਾਲ ਦੇ ਜਿਮਨੇਜ਼ੀਅਮ ਆ, ਕਮਾਲ ਦੇ ਪਲੇਗਰਾਉਂਡ ਆ, ਮੈਂ ਉੱਥੇ ਭੇਜੂ। ਤੇ ਜੇ ਮੈਨੂੰ ਕੋਈ ਇਦਾਂ ਦੀ ਇੰਸਟੀਟਿਊਟ ਚਾਹੀਦਾ ਜਿਹਦੇ 'ਚ ਇੱਕ CEO ਹੋਵੇ, ਫਿਰ ਉਹ ਫੈਂਸੀ ਪ੍ਰਾਈਵੇਟ ਸਕੂਲ ਚਲਾਵੇ, ਫਿਰ ਕ੍ਰਿਸਚਨਾਂ ਦੇ ਬੜੇ ਸੋਹਣੇ ਸਕੂਲ ਚੱਲਦੇ ਆ। ਅਸੀਂ ਇੱਥੇ ਕਿਉਂ ਆਉਣੇ? ਭਾਈ ਕੁਲਦੀਪ ਸਿੰਘ ਹੇਅਰ ਨੇ ਸਾਨੂੰ ਉਹ ਦਿੱਤਾ, ਉਹਨਾਂ ਦੇ ਦਿਲ ਵਿੱਚ ਉਹ ਦਰਦ ਆ, ਉਹ ਫੀਲਿੰਗ ਆ, ਉਹ ਸਮਝ ਆ, ਤਾਂ ਅਸੀਂ ਉਹਨਾਂ ਨਾਲ ਜੁੜੇ ਹੋਏ ਆ। ਅਸੀਂ ਸਕੂਲ ਚੂਜ਼ ਕੀਤੇ ਆ। ਇਸੇ ਸ਼ਹਿਰ ਦੇ ਵਿੱਚ ਸਿੱਖਾਂ ਦੇ ਕਈ ਸਕੂਲ ਚੱਲਦੇ ਆ। ਅਸੀਂ ਸਾਰਿਆਂ ਨੇ ਆਪਣੇ ਉਹ ਸਾਰੇ ਸਕੂਲ ਦੇਖੇ ਆ, ਤੇ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੇ ਵੀ, ਜਿਹੜੇ ਇੱਥੇ ਆਉਂਦੇ ਆ ਉਹਨਾਂ ਨੇ ਵੀ, ਹਰ ਪੇਰੈਂਟ ਨੇ ਕੁਝ ਦੇਖ ਕੇ ਡਿਸਾਈਡ ਕੀਤਾ ਕਿ ਮੇਰਾ ਬੱਚਾ ਇਸ ਸਕੂਲ 'ਚ ਕਿਉਂ ਜਾਊਗਾ। ਉਹਦੇ ਦੋ ਪਿਲਰ ਆ, ਪਹਿਲਾ ਸਾਡਾ ਰਿਲੀਜਨ ਐਂਡ ਕਲਚਰ, ਦੂਜਾ ਗੁੱਡ ਐਜੂਕੇਸ਼ਨ। ਸਾਨੂੰ ਦੋਨਾਂ ਦਾ ਮੇਲ ਚਾਹੀਦਾ। ਤੇ ਉਹਦਾ ਕੌਨਫੀਡੈਂਸ ਸਾਨੂੰ ਕਿਹਨੇ ਦਿੱਤਾ? ਮੈਂ ਨਹੀਂ ਜਾਣਦਾ ਬੋਰਡ 'ਚ ਕੌਣ ਆ। ਉਦੋਂ ਮੈਂ ਨਵਾਂ ਆਇਆ ਸੀ, ਮੈਂ ਸਕੂਲ ਦੀਆਂ ਤਾਰਾਂ ਪਾਈਆਂ ਹੋਈਆਂ ਲੋ ਵੋਲਟੇਜ ਦੀਆਂ ਐਜ਼ ਅ ਲੇਬਰ। ਪਰ ਮੈਨੂੰ ਉਹ ਪਿਆਰ ਦੇਣ ਵਾਲਾ, ਉਹ ਕੌਨਫੀਡੈਂਸ ਦੇਣ ਵਾਲੇ ਸਰਦਾਰ ਹੇਅਰ ਨੇ ਵੀ ਭਾਈ ਆਪਦੇ ਬੱਚੇ ਨੂੰ ਇੱਥੇ ਭੇਜ, ਮੈਂ ਉਸ ਬੱਚੇ ਨੂੰ ਸਾਂਭੂਗਾ, ਮੈਂ ਉਸ ਬੱਚੇ ਨੂੰ ਸਿਖਾਊਂਗਾ। ਸੋ ਸਾਡੀ ਮੇਨ ਮੇਰਾ ਜਿਹੜਾ ਇੱਥੇ ਆਉਣ ਦਾ ਅੱਜ ਕਾਰਨ ਆ, ਉਹ ਮੇਬੀ ਜੇ ਇਕੱਲਾ ਮਿਸਟਰ ਹੇਅਰ ਚੇਂਜ ਹੋਏ ਹੁੰਦੇ ਮੈਂ ਸ਼ਾਇਦ ਨਾ ਆਉਂਦਾ, ਪਰ ਮੇਰੇ ਆਉਣ ਦਾ ਕਾਰਨ ਇਹ ਆ ਕਿ ਉਹ ਹਟੇ ਆ। ਇੱਕ ਗੈਰ ਸਿੱਖ ਪ੍ਰਿੰਸੀਪਲ ਲਾਇਆ ਗਿਆ, ਉਹ ਤੋਂ ਬਾਅਦ CEO ਆਇਆ। ਕੱਲ ਨੂੰ ਇਹ ਕਹਿ ਦੇਣ ਜੀ ਇਸ ਤੇ $10,000 ਫੀਸ ਲੈਣੀ, ਅਸੀਂ ਤਾਂ ਫੈਂਸੀ ਸਕੂਲ ਬਣਾਉਣ ਲੱਗੇ, ਅਸੀਂ ਕੀ ਕਰਾਂਗੇ? ਅਸੀਂ ਕੀ ਕਰਾਂਗੇ? ਸਾਡਾ ਜਿਹੜਾ ਮੇਨ ਮੁੱਦਾ ਤਾਂ ਇਹ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਪੜਾਉਣਾ, ਸਾਡੇ ਬੱਚਿਆਂ ਨੂੰ ਅਸੀਂ ਗੁਰਸਿੱਖੀ ਸਿਖਾਉਣੀ ਆ। ਸਾਡੇ ਬੱਚਿਆਂ ਦੇ ਜਦੋਂ ਸਿਖਾਉਣ ਵਾਲਾ ਸਟਾਫ, ਉਹ ਰੀੜ ਦੀ ਹੱਡੀ ਹੀ ਹੈ ਨਹੀਂ, ਜਦੋਂ ਉਹ ਪਾਲਿਸੀ ਵਾਲੇ ਹੀ ਲੋਕ ਹੈ ਨਹੀਂ ਜਿਨ੍ਹਾਂ ਨੇ ਪਾਲਿਸੀ ਦੇਣੀ ਆ, ਫਿਰ ਸਾਡੇ ਬੱਚਿਆਂ ਨੂੰ ਕਿਹਨੇ ਸਿਖਾਉਣਾ? ਬੋਰਡ ਇਜ਼ देयर, ਬੋਰਡ ਨੇ ਲੀਡ ਕਰਨਾ। ਪਰ ਜਦੋਂ ਬੋਰਡ CEO ਅਪਾਇੰਟ ਕਰ ਰਿਹਾ ਇੱਕ ਗੈਰ ਸਿੱਖ, ਲਾਈਕ ਇਟਸ ਨਾਟ ਅ ਰੇਸਿਸਟ ਥਿੰਗ। ਇੱਥੇ ਸਾਡੇ ਧਰਮ ਦਾ ਮਸਲਾ, ਕਿਉਂਕਿ ਸਾਨੂੰ ਬੰਦਾ ਉਹ ਚਾਹੀਦਾ ਜੋ ਸਮਝੇ। ਤੁਸੀਂ ਹੋਰ ਪ੍ਰੋਫੈਸ਼ਨਲ ਵਰਲਡ ਦੇ ਵਿੱਚ ਕਿਸੇ ਮਰਜ਼ੀ ਨੂੰ ਹਾਇਰ ਕਰੋ ਮੈਨੇਜ ਕਰਨ ਲਈ, ਟੀਚਰਸ ਨੂੰ ਮੈਨੇਜ ਕਰਨ ਲਈ, ਸਕੂਲ ਨੂੰ ਹੋਰ ਪ੍ਰੋਫੈਸ਼ਨਲ ਬਣਾਉਣ ਲਈ, ਕੋਈ ਇਤਰਾਜ਼ ਨਹੀਂ, ਮੈਨੂੰ ਪਰਸਨਲੀ ਕੋਈ ਇਤਰਾਜ਼ ਨਹੀਂ। ਪਰ ਪ੍ਰਿੰਸੀਪਲ ਨੇ ਪਾਲਿਸੀ ਡਿਫਾਈਨ ਕਰਨੀ ਆ। ਪ੍ਰਿੰਸੀਪਲ ਸਾਨੂੰ ਉਹ ਚਾਹੀਦਾ ਜਿਹੜਾ ਸਾਡਾ ਵੀ
ਮਤਲਬ ਵਿਸ਼ਵਾਸ ਜਿੱਤੇ, ਸਾਡੇ ਬੱਚਿਆਂ ਨੂੰ ਰੇਜ਼ ਕਰੇ, ਕਿਉਂਕਿ ਉਹਨੇ 10 ਸਾਲ ਸਾਡੇ ਬੱਚੇ ਪਾਲਣੇ ਆ ਤੇ 10 ਸਾਲ ਪਾਲ ਲਈ ਉਹ ਚਾਹੀਦਾ ਜਿਹੜਾ ਬੱਚਿਆਂ ਨੂੰ ਉਹ ਦੇ ਸਕੇ ਜੋ ਅਸੀਂ ਘਰੇ ਨਹੀਂ ਦੇ ਸਕਦੇ, ਚਾਹੇ ਅਸੀਂ ਕਿੱਡੇ ਵੀ ਗੁਰਸਿੱਖ ਹੋਈਏ। ਤੁਸੀਂ ਜੋ ਇੱਕ ਡਿਸਪਲਿਨ 'ਚ ਬੱਚੇ ਨੂੰ ਪੜਾਉਣਾ ਆ, ਕੀਰਤਨ ਕਰਨਾ ਸਿਖਾਉਣਾ ਹੈ, ਜਿੱਦਾਂ ਉਹ ਪ੍ਰਕਾਸ਼ ਕਰਨਾ ਆਪ ਸਿਖਾਉਂਦੇ ਆ, ਪਾਠ ਕਰਨਾ, ਉਹਨਾਂ ਦਾ ਬ੍ਰੇਨ ਚਾਈਲਡ ਆ, ਹੋਰ ਕਿਸੇ ਦਾ ਨਹੀਂ ਹੋ ਸਕਦਾ। ਸਕੂਲ ਤਾਂ ਬਹੁਤ ਚੱਲਦੇ ਆ। ਸੋ ਵੱਡੀ ਗੱਲ ਇਹ ਆ ਜਿਹੜੀ ਕੰਸਰਨ ਆ, which I want you to take to the board is ਕਿ you have removed a sick face from principal, you brought somebody else who doesn't know why I wear kada. Even if she read the book, she will never understand why I wear this kada. So that's very important for me, ਕਿਉਂਕਿ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਬੱਚਿਆਂ ਨੂੰ ਸਮਝਾ ਸਕੇ। ਤੇ ਅੱਜ ਦੀ ਡੇਟ 'ਚ the one that we trust, the one that you have tested for so many years, ਕਿਉਂਕਿ ਬੋਰਡ ਨੇ ਵੀ ਉਹਨਾਂ ਤੋਂ ਇੰਨੇ ਸਾਲ ਕੰਮ ਲਿਆ, ਕਿਸੇ ਵਿਸ਼ਵਾਸ ਤੇ ਹੀ ਲਿਆ ਨਾ। ਸੋ ਜਿਹਦੇ ਵਿੱਚ ਅੱਜ ਦੀ ਡੇਟ 'ਚ ਦੋਨੇ ਧਿਰਾਂ ਨੂੰ ਵਿਸ਼ਵਾਸ ਹੈਗਾ, ਇੰਸਟੀਚਿਊਟ ਨੂੰ ਵਿਸ਼ਵਾਸ ਹੈਗਾ, ਸਟਾਫ ਨੂੰ ਹੈਗਾ, ਉਹ ਬਲਦੀਪ ਸਿੰਘ ਹੇਅਰ ਨੇ। ਮਿਸਟਰ ਹਰਪਾਲ ਸਿੰਘ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ 'ਚ ਰਹਿ ਹੀ ਕੱਖ ਨਹੀਂ ਗਿਆ। ਸਾਨੂੰ ਸੰਤੋਖ ਸੀ ਇਹਨਾਂ ਨੂੰ ਕਰਾਉਣਾ, ਇਕੱਠ ਨੂੰ ਵੀ ਆਹ ਨੌਕਸ ਹੈ ਤੇ ਆਪਾਂ ਮੰਨ ਜਾਾਂਗੇ। ਸਾਨੂੰ ਪਤਾ ਤਾਂ ਲੱਗੇ ਵੀ ਸਾਡੇ ਭੈਣ ਜੀ ਅਮਰ ਭੈਣ ਜੀ ਨੇ ਖੜੇ, ਇਹਨਾਂ ਨੇ ਸੱਦ ਲਵਾਂ ਸਾਹਮਣੇ ਖੜੇ ਹਾਂ ਵਧੀਆ ਰਿਸਪੈਕਟ ਕਰਦੇ ਹਾਂ ਅਸੀਂ ਸਰਕਾਰ ਨਾਲ। ਸਾਡੀ ਭੈਣ ਹੈ ਛੋਟੀ ਸੱਤੂ ਡਾਇਰੈਕਟਰ ਆ, ਅਸੀਂ ਉਹਨਾਂ ਨੂੰ ਜਿਹੜੇ ਬਾਕੀ ਦੇ ਇੱਥੇ ਬੋਰਡ ਦੇ ਮੈਂਬਰ ਆਏ ਆ, ਤੁਸੀਂ ਵੀ ਇੱਥੇ ਆ ਜਾਓ। ਮਿਸਟਰ ਹੇਅਰ ਨੇ 4 ਜਵਾਕਾਂ ਨੂੰ ਸ਼ੁਰੂ ਕੀਤਾ ਸੀ ਤੋਂ ਉੱਪਰ ਤੱਕ ਕੱਢੋ ਬੰਦੇ ਦੀ। ਤੇ ਭਾਈ ਸਾਹਿਬ ਜਿਹੜੀ ਗੱਲ ਆ ਇੱਥੇ ਹੁਣ ਜਿਹੜੇ ਆ ਰਹੇ ਉਹ ਵੀ ਗੱਲ ਕਰੋਗੇ। ਜਿਹੜੀ ਗੱਲ ਆ ਤੁਹਾਡੀ ਜਿਹੜੀ 100% ਸਹਿਮਤ ਆ ਕਿ ਜਿਹੜੀ ਜਾਰਜੀਆ ਨੀਕਨ ਦੀ ਗੱਲ ਵੀ ਆਈ ਆ ਕਿ ਐਕਟਿੰਗ ਪ੍ਰਿੰਸੀਪਲ ਦਾ ਰੋਲ ਜਿਹੜਾ ਉਹਨੂੰ ਦਿੱਤਾ ਗਿਆ ਹੈ, ਉਹਦੇ ਵਿੱਚ ਲਾਈਕ ਐਜ਼ ਇਨ ਸਾਡੇ ਜਿਹੜੇ ਬਾਇਲਾਜ਼ ਵੀ ਆ, ਤੁਹਾਨੂੰ ਮੈਂ ਦੱਸਦਾ ਕਿ ਤੁਹਾਡੇ ਨਾਲ ਮੈਂ 100% ਸਹਿਮਤ ਹਾਂ। ਬਾਇਲਾਜ਼ ਵੀ ਜਿਹੜੇ ਸੁਸਾਇਟੀ ਦੇ ਆ ਉਹਦੇ ਵਿੱਚ ਵੀ ਇਹੀ ਆ ਕਿ ਜਿਹੜਾ ਪ੍ਰਿੰਸੀਪਲ ਹੈ ਸਕੂਲ ਦਾ, ਉਹ ਸਿਰਫ ਔਰ ਮੇਰਾ ਬੇਅਰ ਮਿਨੀਮਮ ਉਹਦਾ ਜਿਹੜੀ ਰਹਿਣੀ ਪੈਣੀ ਆ ਅੰਮ੍ਰਿਤਧਾਰੀ ਗੁਰਸਿੱਖ ਭਾਵੇਂ ਬੀਬੀ ਆ ਜਾਂ ਸਿੰਘ ਆ, ਉਹ ਵੈਲਿਡ ਹੋਣਾ ਚਾਹੀਦਾ ਹੈ ਕਿ ਉਹ ਅੰਮ੍ਰਿਤਧਾਰੀ ਹੈ। ਸੋ ਜਿਹੜਾ ਇਹ ਪ੍ਰੋਸੈਸ ਵੀ ਸੀਗਾ ਉਹਦੇ ਵਿੱਚ ਇੱਕ ਐਕਟਿੰਗ ਰੋਲ ਦੇ ਵਿੱਚ ਉਹਨੂੰ ਜਿਹੜਾ ਕੰਸਲਟੈਂਟ ਲਿਆਉਣਾ ਸੀ ਅਤੇ ਉਹਦੇ ਉੱਤੇ ਜਿਹੜਾ CEO ਬਣਾਇਆ ਗਿਆ ਸੀ। ਜਦੋਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿੱਦਾਂ ਇਹ ਗਲਤੀਆਂ ਜਿਹੜੀਆਂ ਹੋਈਆਂ ਉਹਨੂੰ ਸੁਧਾਰਨ ਲਈ ਸਾਨੂੰ ਕੰਮ ਚੁੱਕਣੇ ਪੈ ਰਹੇ, ਪਰ ਉਹ ਜਿਹੜੀ ਗਲਤੀ ਹੈ ਉਹਦੇ ਵਿੱਚੋਂ ਪ੍ਰੋਬਲਮਾਂ ਹੋਰ ਕ੍ਰੀਏਟ ਹੋ ਗਈਆਂ। ਸੋ ਆਈ ਐਗਰੀ ਵਿਥ ਯੂ। ਤੇ ਇਹ ਜਿਹੜੀ ਗੱਲ ਹੈ ਇਹ ਤੋਂ ਬਿਨਾਂ ਤਾਂ ਕੋਈ ਸਰਨਾ ਨਹੀਂ ਹੈਗਾ। ਸੋ 100% ਇਹਦੇ ਵਿੱਚੋਂ ਮੇਰੇ ਵੱਲੋਂ ਵੀ ਇਹ ਗੱਲ ਦਾ ਫੇਰ ਮਾਫੀ ਹੈ ਕਿ ਐਜ਼ ਐਨ ਮਿਸਟੇਕਸ ਜਿਹੜੀਆਂ ਇਹ ਸੁਧਾਰਨੀਆਂ ਪੈਣੀਆਂ, ਨਹੀਂ ਤਾਂ ਇਹ ਕੰਮ ਜਿਹੜਾ ਦਿਨ ਬਾਈ ਦਿਨ ਵਿਗੜਿਆ ਜਾ ਰਿਹਾ ਹੈ। ਸੋ ਸੰਵਿਧਾਨ ਵਿੱਚ ਤਾਂ ਡਾਇਰੈਕਟਰ ਵੀ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ। ਥੋਤੋਂ ਛੋਟੋ ਦੇਖ ਲਓ ਕੋਈ ਹੈਗਾ ਕਿ ਨਹੀਂ ਹੈਗਾ, ਸਾਨੂੰ ਪਤਾ ਹੀ ਨਹੀਂ। ਦੇਖ ਲਓ ਬੋਰਡ ਦਾ ਮੈਂਬਰ ਅੰਮ੍ਰਿਤਧਾਰੀ ਸਕੂਲ ਰਨ ਕਰ ਰਿਹਾ। ਦੇਖੋ ਸਾਡੀ ਤੁਹਾਡੇ ਨਾਲ ਕੋਈ ਬਹਿਸ ਕੋਈ ਕੁਝ ਨਹੀਂ। ਮਿਸਟਰ ਹੇਅਰ ਨੂੰ ਲੈ ਆਓ, ਅਸੀਂ ਇਹ ਸਕੂਲ ਓਪਨ ਹੋਣ ਦੇਣਾ ਆ। ਅਗਰ ਕੋਈ ਕੋ ਨਹੀਂ ਆਉਂਦੇ ਅਸੀਂ ਇਹ ਸਕੂਲ ਓਪਨ ਨਹੀਂ ਹੋਣ ਦੇਣਾ। ਅਸੀਂ ਕੱਲ ਵੀ ਡੋਰ ਦੇ ਮੋਹਰੇ ਖੜਨਾ ਹੈ, ਜਿੱਦਾਂ ਅਸੀਂ ਕੱਲ ਖੜੇ ਸੀਗੇ। ਅਸੀਂ ਇਹ ਸਕੂਲ ਨਹੀਂ ਓਪਨ ਹੋਣ ਦੇਣਾ। ਓਕੇ, ਵਾਹਿ ਖਾਲਸਾ ਵਾਹਿਗੁਰੂ ਫਤਿਹ ਜੀ। ਭਾਈ ਸਾਹਿਬ ਇੱਕ ਵੀ ਬੇਨਤੀ ਹੈ, ਜਿਵੇਂ ਭਾਈ ਸਾਹਿਬ ਨੇ ਬਹੁਤ ਸੋਹਣਾ ਪਹਿਲਾਂ ਐਕਸਪਲੇਨ ਕੀਤਾ। ਮੈਜੋਰਟੀ ਜਿਹਨੇ ਪੇਰੈਂਟਸ ਆ, ਮੈਨੂੰ ਲੱਗਦਾ ਵੀ ਆਪਾਂ ਸਿੱਖ ਕੌਮੀ ਪਹਿਲਾਂ ਬਲਦੀਪ ਸਿੰਘ ਉਹਨਾਂ ਨੂੰ ਜਾਣਦੇ ਹੀ ਤਾਂ ਕਰਕੇ ਅਸੀਂ ਆਪਦੇ ਬੱਚੇ ਇੱਥੇ ਸਕੂਲ 'ਚ ਪਾਏ ਸੀ। ਉਸ ਤੋਂ ਬਾਅਦ ਭਾਈ ਸਾਹਿਬ ਉਹਨਾਂ ਨੇ ਕਲੀਅਰ ਕਰਤਾ ਵੀ ਉਹਨਾਂ ਦੇ ਕੋਈ ਵੀ ਐਸਾ ਐਲੀਗੇਸ਼ਨ ਨਹੀਂ ਹੈ, ਕੋਈ ਵੀ ਐਸਾ ਉਹਨਾਂ ਨੇ ਕੰਮ ਨਹੀਂ ਕੀਤਾ ਜਿਹਦੇ ਕਰਕੇ ਉਹਨਾਂ ਨੂੰ ਰਾਈਟ ਅਵੇ ਟਰਮੀਨੇਟ ਕੀਤਾ ਜਾਵੇ। ਹਾਂਜੀ ਇੱਕ ਮਿੰਟ। ਇਸੇ ਕਰਕੇ ਸਾਡੀ ਸੰਗਤ ਦੀ ਸਾਰਿਆਂ ਦੀ ਇਹੀ ਬੇਨਤੀ ਆ, ਜਿੰਨੇ ਵੀ ਅਸੀਂ ਪੇਰੈਂਟਸ ਆ, ਵੀ ਉਹਨਾਂ ਨੂੰ ਰਾਈਟ ਅਵੇ ਪੋਜੀਸ਼ਨ ਤੇ ਦੁਬਾਰਾ ਲਿਆਂਦਾ ਜਾਵੇ ਤੇ ਜਿਹੜੀ ਗੱਲਬਾਤ ਆ ਬੈਠ ਕੇ ਤੋਂ ਬਾਅਦ ਕੀਤੀ ਜਾਵੇ ਤਾਂ ਕਿ ਕੁਝ ਨਹੀਂ ਹੋਣਾ। ਸਾਡੀ ਸਭ ਇੰਨੀ ਬੇਨਤੀ ਆ ਵੀ ਇਹਨਾਂ ਰਾਈਟ ਅਵੇ ਪੋਜੀਸ਼ਨ ਤੇ ਬੈਠ ਕੇ ਲਿਆਂਦਾ ਜਾਵੇ ਤੇ ਆਪਾਂ ਸਕੂਲ ਨੂੰ ਸਟਾਰਟ ਕਰੀਏ ਤੇ ਜਿਹੜੀ ਗੱਲਬਾਤ ਉਹ ਬਾਅਦ ਚ ਬੈਠ ਹਾਂਜੀ ਹਾਂ ਸੌਰੀ ਫੀਲ ਕਰਦੇ ਵੇਖੋ ਸਵੇਰ ਦੇ ਬੰਦੇ ਸ਼ਾਮ ਨੂੰ ਘਰੇ ਆ। ਜੋ ਤੁਸੀਂ ਪ੍ਰਿੰਸੀਪਲ ਨੂੰ ਇੱਥੋਂ ਕੱਢਣਾ ਆ, ਸਾਨੂੰ 2 ਮਹੀਨੇ ਪਹਿਲਾਂ ਸਾਨੂੰ ਨੋਟਿਸ ਚਾਹੀਦਾ, ਸਿੰਗਲ ਪੇਰੈਂਟਸ ਨੂੰ ਨੋਟਿਸ ਚਾਹੀਦਾ ਆ। ਸਾਡੇ ਕੋਲ ਹੋਊਗਾ ਕਿ ਅਸੀਂ ਬੱਚੇ ਇੱਥੇ ਪਾਈਏ ਕਿ ਨਾ ਪਾਈਏ। ਯਾਨੀ ਫੀਸਾਂ ਸਾਡੀਆਂ ਬੈਕ ਕਰ ਦੇਣੇ ਨਹੀਂ। ਜੇ ਤੁਹਾਨੂੰ ਨਹੀਂ ਅਸੀਂ ਉਧਰ ਕਿਹਾ, ਜੇ ਤੁਸੀਂ ਪ੍ਰਿੰਸੀਪਲ ਨਹੀਂ ਲੈ ਕੇ ਆਉਣਾ, ਅਸੀਂ ਫੀਸਾਂ ਬੈਕ ਕਰਨ ਨੂੰ ਕਿਹਾ, ਤੁਸੀਂ ਇਹ ਕਿਹਾ ਕਿ ਰਿਫੰਡੇਬਲ ਨਹੀਂ ਆ। ਤੁਸੀਂ ਫੀਸਾਂ ਲੈ ਕੇ ਇੱਕ ਵੀਕ ਬਾਅਦ ਤੁਸੀਂ ਇਹ ਗੱਲ ਕਹਿਣ ਲੱਗ ਪਏ ਆ ਸਾਨੂੰ ਫੀਸ ਨਹੀਂ ਚਾਹੀਦੀ, ਸਾਨੂੰ ਪ੍ਰਿੰਸੀਪਲ ਚਾਹੀਦਾ, ਪ੍ਰਿੰਸੀਪਲ ਬੈਂਕ ਚਾਹੀਦਾ। ਨਹੀਂ ਚਾਹੀਦੀ। ਸਾਰੀ ਸੰਗਤ ਦੀ ਬੇਨਤੀ ਆ, ਜਿੰਨੇ ਆ ਪੇਰੈਂਟਸ ਸੱਦੇ ਆ, ਪੇਰੈਂਟਸਾਂ ਦੀ ਐਕਸਟੈਂਡਡ ਮੀਟਿੰਗ ਸਾਦੇ, ਮਿਸਟਰ ਹੇਅਰ ਨੂੰ ਸਾਦੇ,
ਜਿੰਨਾ ਮਰਜ਼ੀ ਸਾਰਾ ਕਲੀਅਰ ਕਰਦੇ, ਭਾਵੇਂ ਉਹਦੇ ਰਾਈਟ ਦੇ ਕਹਿੰਦੇ ਸੀ ਭਾਈ ਇੰਨਾ ਟਾਈਮ ਦਿੱਤਾ, ਮਿਸਟਰ ਹੇਅਰ ਕੱਲ ਤੋਂ ਪ੍ਰਿੰਸੀਪਲ ਨਹੀਂ ਹੈਗੀ। ਥੋੜਾ ਜਿਹਾ ਕਾਮ ਹੋ ਕੇ ਲੈਟਸ ਹੈਵ ਇਟ ਕੰਟਰੋਲ। ਬਾਕੀ ਦੀ ਗੱਲ ਸੁਣੀਏ, ਸੋਸ਼ਲ ਡਿਸਟੈਂਸਿੰਗ ਪਲੀਜ਼ ਮੇਨਟੇਨ ਕਰੋ। ਮਾੜਾ ਜਿਹਾ ਆਪਾਂ ਥੋੜਾ ਜਿਹਾ ਕਾਮ ਰਹਿ ਕੇ ਆਪਾਂ ਕੋਈ ਕਨਕਲੂਜਨ ਵੱਲ ਨੂੰ ਵਧਣਾ ਆ। ਹਾਂਜੀ, ਸ਼ਾਇਦ ਤੁਹਾਨੂੰ ਇਹਨਾਂ ਨੂੰ ਪਤਾ ਨਾ ਹੋਵੇ ਨਾ ਮੈਂਬਰਾਂ ਨੂੰ, ਮੈਂ ਮਿਸਟਰ ਹੇਅਰ ਦੇ ਨਾਲ ਘਰ ਘਰ ਜਾ ਕੇ ਲੋਕਾਂ ਦੇ ਬੱਚੇ ਲਿਆਂਦੇ ਆ। ਅਸੀਂ ਆਪਦੇ ਪਹਿਲੇ ਬੱਚੇ ਦੀ 3500 ਰੁਪਇਆ ਘਰੋਂ ਫੀਸ ਦਿੱਤੀ, 3500 ਡਾਲਾ। ਇਹਨਾਂ ਨੂੰ ਦੱਸੋ ਪਤਾ ਇਹ ਗੱਲ ਦਾ? ਫੀਸ ਚਾਹੀਦੀ ਸੀ, ਇਹ 100 ਸਾਲ ਦੀ ਫੀਸ ਇਕੱਠੀ ਮੰਗਦੇ ਸੀ, ਉਹ ਕਿੱਥੋਂ ਲਈ ਸੀ ਇਹਨਾਂ ਨੇ? ਹੁਣ ਜਦੋਂ ਕੰਮ ਚੱਲ ਪਏ ਹੁਣ ਮੈਂ ਤੁਹਾਨੂੰ ਇਹ ਕਹਿਣਾ ਸੀ, ਜਿੱਦਾਂ ਆਈ ਅੰਡਰਸਟੈਂਡ ਅਸੀਂ ਰਿਸਪੈਕਟ ਕਰਦੇ, ਤੁਹਾਡੀ ਵੀ ਰਿਸਪੈਕਟ ਕਰਦੇ ਹਾਂ। ਆਈ ਐਮ ਸ਼ੋਰ ਯੂ ਆਰ ਆਲਸੋ ਥਿੰਕਿੰਗ ਅਬਾਊਟ ਬੈਨੀਫਿਟ ਆਫ एवरीवन, ਬਟ ਐਟ ਦ ਸੇਮ ਟਾਈਮ ਸਾਨੂੰ ਥੋੜਾ ਜਿਹਾ ਲਾਸ ਆਫ ਟਰਸਟ ਫੀਲ ਹੋ ਰਿਹਾ ਇਸ ਵੇਲੇ। ਅਸੀਂ ਇੱਥੇ ਤੁਹਾਡੇ ਸੱਦੇ ਹੋਏ ਆ ਰਹੇ ਹਾਂ ਐਂਡ ਵੀ ਲੁਕਿੰਗ ਫॉर ਅ ਲਿਟਲ ਬਿਟ ਮੋਰ ਕਲੈਰੀਫਿਕੇਸ਼ਨ ਔਰ ਆਨਸਰਸ। ਪਰ ਜੇ ਬੋਰਡ ਮੈਂਬਰਸ ਇੱਥੇ ਆ ਨਹੀਂ ਰਹੇ ਆ, ਉਹ ਸਾਨੂੰ ਸਿਗਨਲ ਕਰ ਰਿਹਾ ਕਿ ਮੇਬੀ ਦੇयर इज ਸਮਥਿੰਗ ਫਿਸ਼ੀ ਗੋਇੰਗ ਔਨ, ਰਾਈਟ? ਸੋ we're not against you, we respect you, but at the same time we respect Mr. Hair as well. There's a figure in everyone's mind, like मेरी daughter ਇੱਥੇ ਪੜ੍ਹਦੀ ਗਈ ਹੈ, ਮੇਰਾ ਬੇਟਾ ਇੱਥੇ ਹੁਣ ਪੜ੍ਹਦਾ ਹੈ, so ਉਹਨਾਂ ਦੇ ਕਰਕੇ ਜੋ ਸਾਡਾ ਟਰਸਟ ਬਣਿਆ, and you're right, like we don't see you every day, but you're also working behind the scene and we appreciate that. ਪਰ ਸਾਨੂੰ ਹੁਣ ਇਹ ਆ ਕਿ ਸਾਨੂੰ ਥੋੜਾ ਜਿਹਾ ਇਹ ਪਤਾ ਲੱਗਿਆ ਵੀ ਐਗਜ਼ੈਕਟਲੀ ਹੋਇਆ ਕਿਆ, ਐਂਡ ਜੋ ਵੀ ਹੋਇਆ ਲਾਈਕ ਇਹਨਾਂ ਨੇ ਕਿਹਾ it can be resolved, or even if it can be resolved, it can be worked on time. So ਸਾਰਿਆਂ ਨੂੰ ਥੋੜਾ ਜਿਹਾ ਇਸ ਇਨਫੋਰਮੇਸ਼ਨ ਨੂੰ ਡਾਈਜੈਸਟ ਕਰਨ ਦਾ ਮੌਕਾ ਮਿਲੇ, right? So then it was such a shock for us that night that it almost felt like at home. It hit our home. ਜੇ ਸਾਨੂੰ more explanation, ਅੱਜ ਸਾਰੇ board members ਇੱਥੇ ਹੁੰਦੇ right at 6 o'clock, because ਸਾਰੇ people ਆਪਣਾ ਆਪਣਾ ਕੰਮ ਛੱਡ ਕੇ ਆਪਣੇ ਬੱਚੇ ਛੱਡ ਕੇ ਆਏ ਆ। We were looking for some answers, some clarity, right? ਜਦੋਂ ਅਸੀਂ board members ਨੂੰ ਦੇਖਦੇ ਨਹੀਂ, we are here, we appreciate that, but by yourself you can't make any decision, right? So this is why ਜੋ ਸਾਰੇ ਇੱਥੇ ਆ ਜਾਂਦੇ, ਅਸੀਂ ਸਾਰੇ ਇੱਥੇ ਹੈਗੇ ਆ, ਸਾਡੀ ਗੱਲ ਅੱਗੇ ਵੱਧ ਜਾਂਦੀ, ਸਵੇਰੇ ਬੱਚੇ ਸਕੂਲ ਆ ਜਾਂਦੇ ਸੀ। ਹਾਂਜੀ, ਥੈਂਕ ਯੂ ਸਰ। ਹੁਣ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ ਹੋ ਰਿਹਾ, ਉਹਦਾ ਜ਼ਿੰਮੇਵਾਰ ਕੌਣ ਹੈ ਇਸ ਟਾਈਮ? ਭਾਈ ਜੀ ਬੋਰਡ ਦੇ ਮੈਂਬਰ ਕਿੰਨੇ ਆ ਜੀ? ਜੇ ਤਾਂ ਤੁਸੀਂ 5 ਹੈਗੇ ਤੇ 5 ਇੱਥੇ ਆ ਜਾਓ। ਇਹ ਤੁਹਾਨੂੰ ਸਵਾਲ ਕਰਦਾ, ਉਹਨਾਂ ਨੂੰ ਕਹੋ ਘਰ ਨੂੰ ਚੱਲ ਜਾਣ ਸਾਰੇ, ਸਾਰਾ ਕੁਝ ਛੱਡ ਕੇ ਸਾਰਿਆਂ ਨੂੰ ਇੱਥੇ ਲਿਆਓ, ਫਿਰ ਸਵਾਲ ਜਵਾਬ ਕਰਾਂਗੇ। ਮੈਂ ਚੇਅਰਪਰਸਨ ਚਾਹੀਦਾ ਬੋਰਡ ਦਾ, ਉਹਦਾ ਡਿਸੀਜਨ ਮੇਕਰ ਬੱਚਿਆਂ ਦੇ ਅੱਗੇ ਆਊਗਾ, ਅਸੀਂ ਧਰਨਾ ਲਾਵਾਂਗੇ ਇੱਥੇ। ਜੀ ਅਸੀਂ ਵੀ ਕੰਫਰਟੇਬਲ ਫੀਲ ਨਹੀਂ ਕਰਦੇ। ਇੱਕ ਮਿੰਟ ਜੀ, ਬੋਰਡ ਨੂੰ ਬੁਲਾਓ, ਇੱਥੋਂ ਦੂਜੇ ਸਕੂਲ ਨੂੰ ਵੀ ਸੱਦਾ ਦੇ ਦਿਓ ਕੱਲ ਨੂੰ, ਉਹ ਵੀ ਬੰਦ ਕਰ ਦਿਓ। ਭਾਜੀ ਬੋਰਡ ਉੱਪਰ ਬੁਲਾਓ, ਜਦ ਤੱਕ ਬੋਰਡ ਉੱਪਰ ਨਹੀਂ ਆਉਂਦੀ ਕਿਸੇ ਨੇ ਗੱਲ ਨਹੀਂ ਕਰਨੀ। ਹੁਣ ਨਹੀਂ, ਸਾਨੂੰ ਵੀ ਐਂਗਜ਼ਾਇਟੀ ਭਾਜੀ, ਜਿਹੜਾ ਪ੍ਰੀ ਸਕੂਲ ਚ ਬੱਚੇ ਜਾਂਦੇ ਆ ਕੱਲ ਤੋਂ ਉਹ ਵੀ ਨਹੀਂ ਜਾਣਗੇ। ਸਾਨੂੰ ਮਿਸਟਰ ਹੈ ਕੱਲ ਨੂੰ ਇੱਥੇ ਚਾਹੀਦੇ, ਨਹੀਂ ਤਾਂ ਕੋਈ ਸਕੂਲ ਨਹੀਂ ਖੁੱਲੂਗਾ, ਨਾ ਪ੍ਰੀ ਸਕੂਲ ਖੁੱਲੂਗਾ, ਨਾ ਇਹ ਖੁੱਲੂਗਾ, ਨਾ ਪ੍ਰੀ ਸਕੂਲ ਖੁੱਲੂਗਾ ਅਣਮਿੱਥੇ ਸਮੇਂ ਵਾਸਤੇ, ਅਣਮਿੱਥੇ ਸਮੇਂ ਵਾਸਤੇ। ਜਿਹੜੇ ਸਾਡੇ ਬੱਚੇ ਨੂੰ ਲੋਸ ਹੈ, ਤੁਹਾਡੇ ਤੋਂ ਅਸੀਂ ਸਮਝ ਕਿੱਥੇ ਲਵਾਂਗੇ? ਅਸੀਂ ਪਟੀਸ਼ਨ ਪਾ ਕੇ ਕੋਰਟ ਜਾਵਾਂਗੇ। ਸਾਨੂੰ ਕੋਰਟ ਇੱਥੇ ਚਾਹੀਦੀ ਹੁਣ, ਵੀ ਵਾਂਟ ਕੋਰਟ ਹੈ, ਵੀ ਵਾਂਟ ਜਿਹੜੇ ਸਕੂਲ ਚ ਇੱਥੇ ਲੈ ਕੇ ਕਿਉਂ ਨਹੀਂ ਆਉਂਦੇ? ਅਸੀਂ ਕੀ ਕਰੀਏ? ਅਸੀਂ ਵੀ ਇੱਥੇ ਕੋਲੇ ਖੜੇ ਆ। ਭਾਜੀ ਨੂੰ ਸਟੇਜ ਤੋਂ ਲੈ ਕੇ ਆਓ, ਅਸੀਂ ਤੁਹਾਨੂੰ ਇੱਥੇ ਕੀ ਕਰੀਏ? ਸੌ ਗੱਲਾਂ ਦੀ ਇੱਕ ਗੱਲ ਦੇਖੋ, ਭਾਈ ਸਾਹਿਬ ਕੋਸ਼ਿਸ਼ ਕਰਦੇ ਨੇ ਬੋਰਡ ਵਾਲੇ ਭੈਣ ਜੀ ਥੱਲੇ ਨੇ ਉੱਤੇ ਨਹੀਂ ਆਉਂਦੇ। ਕੋਈ ਦੋ ਹੀ ਗੱਲਾਂ ਨੇ, ਜਾਂ ਤਾਂ ਭੈਣ ਜੀ ਇੰਨੀਆਂ ਉੱਪਰ ਅਨਾਉਂਸ ਭਾਈ ਕੋਲ ਕਰਵਾ ਦੇਣ ਕਿ ਸਟੇਟ ਨੂੰ ਮਿਸਟਰ ਹੇਅਰ ਵਾਪਸ ਆ ਰਹੇ ਆ, ਜਾਂ ਉਹ ਆਪ ਆ ਕੇ ਉੱਤੇ ਸਭ ਦੇ ਜਵਾਬ ਦੇਣ। ਬਿਲਕੁਲ ਬਿਲਕੁਲ ਬੋਰਡ ਦੇ 5 ਮੈਂਬਰ ਜਾਂ ਤਾਂ ਸਟੇਜ ਤੇ ਆ ਕੇ ਸਾਰੇ ਨਾਲ ਗੱਲ ਕਰੋ, ਨਹੀਂ ਤਾਂ ਆਪ ਦਾ ਇੱਕ ਬੰਦਾ ਭੇਜ ਕੇ ਅਨਾਉਂਸ ਕਰਵਾ ਦਿਓ ਕਿ ਸਵੇਰੇ ਮਿਸਟਰ ਹੇਅਰ ਰਜਿਸਟਰਡ ਹੁੰਦੇ ਪਏ। ਬੋਰਡ ਚ 5 ਨਹੀਂ ਹੈਗੇ ਜੀ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਜਿਹੀ ਸ਼ਾਂਤੀ ਰੱਖੋ ਸਾਰੇ ਜਣੇ। ਇੱਥੇ ਦੋ ਬੋਰਡ ਮੈਂਬਰ ਹੀ ਪ੍ਰੈਜ਼ੈਂਟ ਆ ਇੱਥੇ।
ਭਾਈ ਇੱਕ ਮਿੰਟ ਇਸ ਬੋਰਡ ਦੇ ਵਿੱਚ ਬੋਰਡ ਵਾਲੇ ਆਣ ਲੱਗੇ ਸਿਰਫ 4 ਮੈਂਬਰ ਹੀ ਆ। ਆਗੇ ਪਿੰਡ 3 ਮੈਂਬਰ ਢੀਂਡਸਾ ਫੈਮਿਲੀ ਦੇ ਆ, ਚੌਥੇ ਮਨਿੰਦਰ ਸਿੰਘ ਬੋਆਲ ਆ। ਸੋ ਫੈਸਲਾ ਕਰਨ ਲਈ ਇਹਨਾਂ ਨੂੰ ਕਿਤੇ ਹੋਰ ਨਹੀਂ ਜਾਣਾ ਪੈਣਾ। ਇਹਨਾਂ ਨੂੰ ਭੈਣ ਜੀ ਨੂੰ ਬੇਨਤੀ ਕੀਤੀ ਵੀ ਤੁਹਾਡਾ ਪਰਿਵਾਰ ਚਲਾ ਰਿਹਾ ਇਹ ਸਕੂਲ, 3 ਬੋਰਡ ਮੈਂਬਰ ਇਹਨਾਂ ਦੇ ਫੈਮਿਲੀ ਮੈਂਬਰ ਆ, ਕਿਸੇ ਨੂੰ ਪੁੱਛਣ ਜਾਣ ਦੀ ਲੋੜ ਨਹੀਂ ਪੈਣੀ। ਚੌਥਾ ਮਨਿੰਦਰ ਸਿੰਘ ਇੱਥੇ ਖੜਾ, ਸੋ 5ਵਾਂ ਬੋਰਡ ਮੈਂਬਰ ਹੈ ਨਹੀਂਗਾ। ਇਹਨਾਂ ਨੂੰ ਫੈਸਲਾ ਕਰਨ ਲਈ ਕੋਈ ਏਡੀ ਵੱਡੀ ਕੋਈ ਮੀਟਿੰਗ ਕਰਨ ਦੀ ਲੋੜ ਨਹੀਂ ਪੈਣੀ। ਸੋ ਇਹ ਇੱਥੇ ਸਾਨੂੰ ਦੱਸ ਕੇ ਜਾਣ ਇਹਨਾਂ ਨੇ ਇਸ ਫੈਸਲੇ ਤੇ ਰੀਕਨਸੀਡਰ ਕਰਨਾ ਕਿ ਨਹੀਂ ਕਰਨਾ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਮਿਸਟਰ ਡੋਡ ਨੂੰ ਮੈਂ ਬੇਨਤੀ ਕੀਤੀ ਸੀਗੀ ਵੀ ਤੁਸੀਂ ਆਓ ਇੱਥੇ ਆ ਕੇ ਸਾਰੇ ਪੇਰੈਂਟਸ ਦੇ ਵਿਚਾਰ ਸੁਣੋ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਕੂਲ ਚੱਲ ਰਿਹਾ। ਇਹ ਸਕੂਲ ਰਾਤੋਂ ਰਾਤ ਨਹੀਂ ਬਣ ਗਿਆ। ਅਸੀਂ ਇਹਦੇ ਫਾਊਂਡਰ ਮੈਂਬਰ ਰਹੇ ਹਾਂ। ਸਰਦਾਰ ਮੋਹਨ ਸਿੰਘ ਸਮਰਾ ਇੱਥੇ ਖੜਾ, ਮਨਿੰਦਰ ਸਿੰਘ ਬੋਆਲ ਖੜਾ, ਇਹਨਾਂ ਦੇ ਘਰਾਂ ਦੇ ਵਿੱਚੋਂ ਜਾ ਕੇ ਸਰਦਾਰ ਬਲਦੀਪ ਸਿੰਘ ਇਹ ਡੋਰ ਖੜਕਾ ਕੇ ਬੱਚੇ ਲਿਆਇਆ। ਜਿਹੜੀ ਪਹਿਲੀ ਕਲਾਸ ਪੂਰੀ ਕੀਤੀ ਸੀ ਅਸੀਂ ਅੱਜ ਪਿਛਲੇ ਭੈਣ ਜੀ ਇੱਕ ਮਿੰਟ ਠਹਿਰੋ, ਕਿੰਨੇ ਸਾਲ ਅਸੀਂ ਬੋਰਡ ਦੇ ਵਿੱਚ ਰਹੇ ਹਾਂ ਜੀ। ਮੈਂ ਵੀ ਇਹਦੇ ਵਿੱਚ 2 ਟਰਮਾਂ ਲਾਈਆਂ। ਸਰਦਾਰ ਮੋਹਨ ਸਿੰਘ ਸਮਝਦਾ ਰਹੇ ਆ, ਸਾਨੂੰ ਸਰਦਾਰ ਬਲਦੀਪ ਸਿੰਘ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਈ। ਹੁਣ ਕਿਉਂ ਆ ਗਈ? ਜਦੋਂ ਦਾ ਨਵਾਂ ਬੋਰਡ ਆਇਆ ਸਰਦਾਰ ਢੀਂਡਸਾ ਦੇ ਜਾਣ ਤੋਂ ਬਾਅਦ, ਜਦੋਂ ਇਹਨਾਂ ਦੀ ਫੈਮਿਲੀ ਨੇ ਟੇਕ ਓਵਰ ਕੀਤਾ, ਉਦੋਂ ਕਿਉਂ ਪ੍ਰੋਬਲਮ ਆ ਗਈ? 10 ਸਾਲ ਢੀਂਡਸਾ ਸਾਹਿਬ ਜਿਹੜਾ ਤਰੀਕਾ ਉਹਨਾਂ ਨੂੰ ਫਾਇਰ ਕਰਨ ਲਈ, ਉਹਨਾਂ ਨੂੰ ਘਰ ਭੇਜਣ ਲਈ ਅਪਣਾਇਆ ਗਿਆ, ਇਸ ਤੋਂ ਬਾਅਦ ਇਨਸਲਟਿੰਗ ਤਰੀਕਾ ਕੀ ਹੋ ਸਕਦਾ ਹੋਰ ਦੱਸੋ? ਉਹਨਾਂ ਦੇ ਨਾਲ ਬੈਠ ਕੇ ਕਿਉਂ ਨਹੀਂ ਗੱਲ ਕੀਤੀ ਇਹਨਾਂ ਨੇ? ਸਾਡੇ ਬਾਕੀ ਜਿਹੜੇ 12 ਮੈਂਬਰ ਆ ਇਸ ਸੁਸਾਇਟੀ ਦੇ ਵਿੱਚ, ਜਿਹਦੇ ਵਿੱਚ ਅਸੀਂ 6 ਮੈਂਬਰ ਹੈਗੇ ਆ ਇੰਡੀਪੈਂਡੈਂਟ ਤੇ 6 ਮੈਂਬਰ ਇਹਨਾਂ ਦੀ ਫੈਮਿਲੀ ਦੇ ਆ। ਕਿਹਨਾਂ ਨੂੰ ਕੌਨਫੀਡੈਂਸ ਲੈਣ ਦੀ ਲੋੜ ਸੀਗੀ? ਸਾਨੂੰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਘਰੇ ਇਹ ਉਹਨਾਂ ਨੂੰ ਫਾਇਰ ਨੋਟਿਸ ਦਿਆ। ਔਰ ਸਰਦਾਰ ਬਲਦੀਪ ਸਿੰਘ ਦੇ ਵਿੱਚ ਜੇ ਕੋਈ ਗਲਤੀ ਵੀ ਸੀਗੀ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਸੀ। ਇਸ ਸਕੂਲ ਨੂੰ ਰਾਤੋਂ ਰਾਤ ਖੜਾ ਕੱਲਾ ਇਹਨਾਂ ਦੇ ਪਰਿਵਾਰ ਨੇ ਨਹੀਂ ਕੀਤਾ। ਸਰਦਾਰ ਢੀਂਡਸਾ ਦੇ ਨਾਲ ਦਿਨ ਰਾਤ ਸਰਦਾਰ ਬਲਦੀਪ ਸਿੰਘ ਹੇਅਰ ਥਾਂ ਘੁੰਮਦਾ ਰਿਹਾ। ਪ੍ਰਿੰਸੀਪਲ ਵਾਲੀਆਂ ਡਿਊਟੀਆਂ ਨਹੀਂ ਕੀਤੀਆਂ ਉਹਨੇ ਇੱਥੇ ਛੋਟੇ ਤੋਂ ਛੋਟਾ ਕੰਮ ਕੀਤਾ। ਔਰ ਅੱਜ ਇੰਨੇ ਪੇਰੈਂਟ ਜਿਹੜੇ ਇੱਥੇ ਤੁਸੀਂ ਖੜੇ ਆ, ਤੁਹਾਡੇ ਤੋਂ ਪਹਿਲਾਂ ਬਹੁਤ ਪੇਰੈਂਟ ਦੇ ਬੱਚੇ ਪੜ੍ਹ ਕੇ ਚੱਲ ਗਏ। ਮੇਰੀਆਂ 2 ਡਾਟਰਾਂ ਇਸ ਸਕੂਲ ਚੋਂ 7th ਗ੍ਰੇਡ ਤੱਕ ਗ੍ਰੈਜੂਏਟ ਹੋਈਆਂ। ਇੱਕ ਮਿੰਟ ਠਹਿਰੋ ਭਾਜੀ, ਮੈਂ ਦੱਸਣਾ ਚਾਹੁੰਦਾ ਪੇਰੈਂਟਸ ਨੂੰ, ਅੱਜ ਕਈ ਪੇਰੈਂਟ ਬਾਅਦ ਚ ਆਏ ਹੋਗੇ। 100 ਦਾ ਪੇਮੈਂਟਸ ਜਿਹੜੇ ਸੈਟੀਸਫਾਈਡ ਆ ਉਹ ਅੱਜ ਸਰੀ ਦੇ ਵਿੱਚ ਰਹਿ ਰਹੇ ਆ। ਤੁਹਾਡੀ ਸਾਰਿਆਂ ਦੀ ਇਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਧੰਨਵਾਦ ਭਾਈ ਸਾਹਿਬ। ਅੱਛਾ, ਸਭ ਨੂੰ ਬੇਨਤੀ ਆ, ਇੱਕ ਪੋਜ਼ਿਟਿਵ ਸਾਈਨ ਆ, ਭੈਣ ਜੀ ਆਪ ਆਏ ਨੇ ਜਿਹੜੇ ਚੇਅਰਪਰਸਨ ਨੇ, ਤੇ ਇਹ ਜਿਹੜੇ ਕੁਝ ਪੋਜ਼ਿਟਿਵ ਆਊਟਕਮ ਲੱਗਦਾ ਲੈ ਕੇ ਆਏ ਨੇ, ਜੋ ਮੈਨੂੰ ਸੰਕੇਤ ਇਹਨਾਂ ਨੇ ਦਿੱਤੇ ਨੇ, ਤੇ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣੀਏ ਤੇ ਵਾਹਿਗੁਰੂ ਕਿਰਪਾ ਕਰੇ ਆਪਾਂ ਪੋਜ਼ਿਟਿਵਿਟੀ ਚ ਰਹੀਏ। ਸਾਡੇ ਭੈਣ ਭਰਾਵਾਂ ਦੇ ਨਾਲ ਇਹਨਾਂ ਦੀ ਗੱਲ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'm sorry to see all the emotion and concern displayed by all of you today. It wasn't our intention to have this kind of an upheaval. ਭੈਣ ਜੀ ਪੰਜਾਬੀ ਚ ਬੋਲ ਸਕਦੇ ਹੋ? ਇਹ ਪੰਜਾਬੀ ਸਕੂਲ ਹੈ ਜੀ। ਮੈਂ ਦਿਲੋਂ ਤੁਹਾਨੂੰ ਆਪਣੇ ਵੱਲੋਂ ਸੌਰੀ ਕਹਿੰਦੀ ਆ। I don't know ਵੀ ਇੰਨਾ ਤੁਹਾਨੂੰ ਸਾਰੇ ਬੱਚੇ ਅਪਸੈਟ ਹੋਏ ਆ, ਤੁਸੀਂ ਅਪਸੈਟ ਹੋਏ ਆ। ਅਸੀਂ ਸਾਰਾ ਕੁਝ ਸੁਣ ਲਿਆ ਤੁਹਾਡਾ ਕੰਸਰਨ। ਮਨਿੰਦਰ ਭਾਜੀ ਸੌਰੀ ਕਿਉਂਕਿ ਮੈਂ ਕੰਫਰਟੇਬਲ ਨਹੀਂ ਸਾਰਿਆਂ ਦੇ ਮੂਹਰੇ ਬੋਲਣ ਦੀ। ਮੈਂ ਭਾਈ ਆ ਖੜਾ ਕਰ ਦੇ ਸਟੈਂਡ, ਆ ਸਟੈਂਡ ਨੂੰ ਖੜਾ ਕਰ ਦੇ। ਇੱਕ ਮਿੰਟ ਠਹਿਰੋ, ਉੱਚਾ ਕਰ ਦੇ ਨਾਲ। And so we'll see how this smoothly can happen. We'll have a discussion with Mr. Hare and see how we can. ਭਾਈ ਆਵਾਜ਼ ਚ ਕਰੋ ਮੰਦੇ। ਇੱਕ ਮਿੰਟ ਸ਼ਾਂਤੀ ਬਣਾਈ ਰੱਖੋ ਭਾਈ। Otherwise, this is. Okay, so by tomorrow morning, ਮੈਂ ਇੱਕ ਗੱਲ ਮੈਂ ਤੁਹਾਡੇ ਬਿਹਾਫ ਤੇ ਭੈਣ ਜੀ ਨੂੰ ਕਲੀਅਰ ਕਰਾਂ। ਹਾਂਜੀ,
let me make it clear. Number one thing is Mr. Here ਨੂੰ ਵਾਪਸ reinstate ਸਵੇਰੇ ਕਰੋ, reinstate him immediately, and then of course discussion. I know you are not going to make a decision right now. So one more thing. When I want you to change your policy for the board that in future, after reinstating him, whatever you want to discuss, wherever you can have your board meeting, but when you make a decision, we want PAC and board sit together with principal whenever you make such decisions in future. We are parents. We fund this stuff anyway. Goes other ways that parents can decide amongst us how our leadership is, but that should be there whenever you have this. 100% ਅਸੀਂ ਨਾਲ ਸਹਿਮਤ ਹਾਂ ਆ ਗੱਲ ਨਾਲ ਵੀ, ਪਰ ਸੋਸ਼ਲ ਡਿਸਟੈਂਸ ਨਹੀਂ ਕਰਨ ਲੱਗੇ ਨੇ ਉਹ ਹੁਣੇ ਕਲੀਅਰ ਕਰਨਗੇ ਕਿ ਮਿਸਟਰ ਹੇਅਰ ਰੀਇਨਸਟੇਟ ਹੋਣਗੇ ਪਹਿਲਾਂ, ਬਾਕੀ ਡਿਸਕਸ਼ਨਾਂ ਬਾਅਦ ਚੋਂ। ਤੁਸੀਂ ਉਹ ਕਰਨਗੇ ਨਾ। ਗਲਤੀ ਮੰਨ ਕੇ ਬੰਦਾ ਵੱਡਾ ਹੁੰਦਾ। Okay, so at this point we will ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਪੰਜਾਬੀ ਦੇ ਵਿੱਚ ਗੱਲ ਹੈ ਮੈਂ ਕਹਿ ਦਿੰਦਾ ਹਾਂ, ਤੇ ਇਹਨਾਂ ਨੇ ਜਿਹੜੀ ਗੱਲ ਕਰਨੀ ਹੈ ਤੇ ਇਹ ਬਾਅਦ ਵਿੱਚ ਇੰਗਲਿਸ਼ ਦੇ ਵਿੱਚ ਵੀ ਜੇ ਗੱਲ ਕਰਨ ਦੀ ਲੋੜ ਹੈ ਕਰ ਸਕਦੇ ਆ। ਸਵੇਰ ਨੂੰ 9 ਵਜੇ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ, ਕੋਈ ਵੀ ਜਿਹੜੀ ਗੱਲ ਆ ਉਹਨਾਂ ਦੇ ਨਾਲ ਅਸੀਂ ਇਹਨਾਂ ਦਾ ਜਿਹੜਾ ਪੈਕ ਵੀ ਇੱਥੇ ਹੈ ਉਹਨਾਂ ਦਾ ਵੀ ਆਸਰਾ ਲਾਉਂਗੇ, ਕਿਉਂਕਿ ਜਿਹੜੀ ਇੱਥੇ ਸਿੰਘ ਨੇ ਗੱਲ ਕਰਕੇ ਗਈ ਹੈ ਕਿ ਜਿਹੜੀ ਇਨਵੋਲਵਮੈਂਟ ਹੈ, ਜਿਹੜੀ ਮੈਂ ਪਹਿਲਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਪੇਰੈਂਟਸ ਦੀ ਫਿਊਚਰ ਦੇ ਵਿੱਚ ਵੀ ਨਹੀਂ ਚਾਹੁੰਦੇ, ਤੇ ਆਹ ਹੈ ਇਹ ਵੀ ਇੱਕ ਬੜੀ ਗਲਤ ਗੱਲ ਜਿਹੜੀ ਇੱਥੇ ਹੋਈ ਹੈ, ਉਹਨੂੰ ਸੁਧਾਰਨ ਲਈ ਸਾਰਾ ਕੁਝ ਹੋਣਾ ਪੈਣਾ ਹੈ। ਤੇ ਇਹਦੇ ਵਿੱਚ ਈਮੇਲ ਦੁਬਾਰਾ ਕਰੋ। ਜਿਹੜੀ ਡਾਕੂਮੈਂਟੇਸ਼ਨ ਆ, ਲੈਟਰ ਆ, ਈਮੇਲ ਆ, ਉਹ ਸਾਰਾ ਕੁਝ ਅੱਜ ਸ਼ਾਮ ਨੂੰ ਹੀ ਜਾਰੀ ਹੋਊਗਾ, ਹੁਣ ਹੀ ਜਾਰੀ ਹੋਊਗਾ। ਜਦੋਂ ਇੱਥੇ ਜਾਣਾ ਹੈ ਰਾਈਟ ਵੇ ਸਾਰਾ ਕੁਝ ਹੋਊਗਾ। ਇਹਦੇ ਵਿੱਚ ਭਾਵੇਂ ਜਿਹੜੀ ਮੀਡੀਆ ਰਿਲੀਜ਼ ਵੀ ਹੈ, ਸਾਰਾ ਕੁਝ ਜਿਹੜਾ ਹੈ ਕਰਕੇ ਇੱਕ ਗੱਲ ਹੈ ਕਿ ਭਾਈ ਕੁਲਦੀਪ ਸਿੰਘ ਜਿਸ ਵੇਰ ਨੂੰ ਮੁੜ ਕੇ ਆਉਂਦੇ ਆ, ਅੱਗੇ ਜਿਹੜਾ ਕੋਈ ਪ੍ਰੋਸੈਸ ਹੈ ਉਹਨਾਂ ਨਾਲ ਉੱਠਣ ਬੈਠਣ ਦਾ, ਗੱਲਬਾਤ ਕਰਨ ਦਾ, ਰੈਜ਼ੋਲੂਸ਼ਨ ਤੱਕ ਆਉਣ ਦਾ, ਮੀਡੀਏਸ਼ਨ ਕਰਨ ਦਾ, ਉਹਦੇ ਵਿੱਚ ਜਿੱਦਾਂ ਭਾਜੀ ਨੇ ਗੱਲ ਕੀਤੀ ਆ ਪੇਰੈਂਟਸ ਨੂੰ ਨਾਲ ਲਿਜਾ ਕੇ ਆਪਣਾ ਇੱਥੇ ਤੁਹਾਨੂੰ ਇਹ ਨਹੀਂ ਹੈਗਾ ਕਿ ਤੁਹਾਨੂੰ ਫਾਈਨੈਂਸ਼ੀਅਲ ਤੌਰ ਤੇ ਵੀ ਤੰਗੀ ਹੋਊਗੀ। ਕਈ ਚੀਜ਼ਾਂ ਜਿਹੜੀਆਂ ਹੋ ਰਹੀਆਂ ਉਹਦੇ ਲਈ ਮੈਂ ਆਪਣੇ ਵੱਲੋਂ ਵੀ ਤੇ ਜਿਹੜਾ ਵੀ ਇੱਥੇ ਨਾਲ ਖੜਾ ਹੈ ਉਹਨਾਂ ਵੱਲੋਂ ਤੁਹਾਡੇ ਤੋਂ ਮਾਫੀ ਵੀ ਮੰਗਦਾ ਹਾਂ, ਕਿਉਂਕਿ ਸਾਡਾ ਇਹ ਜ਼ਿੰਮੇਵਾਰੀ ਵਾਲਾ ਰੋਲ ਜਿਹੜਾ ਹੈ ਇਹਦੇ ਵਿੱਚ ਇੱਕ ਘਾਟ ਦਿਖਾਈ ਗਈ। ਇੱਥੇ ਆਉਣ ਦਾ ਮਕਸਦ ਇਹ ਨਹੀਂ ਸੀਗਾ ਕਿ ਇੱਥੇ ਸਪਸ਼ਟੀਕਰਨ ਦੇਈਏ ਅਸੀਂ ਜੋ ਕੀਤਾ ਸਹੀ ਕੀਤਾ। ਜਿੰਨਾ ਚਿਰ ਅਸੀਂ ਗਲਤੀ ਨਹੀਂ ਮਹਿਸੂਸ ਕਰਦੇ ਜਿਹਦੇ ਵਿੱਚ ਅਸੀਂ ਹੁਣ ਸੁਧਾਰ ਲਿਆ ਸਕਦੇ ਹਾਂ, ਉਹਨਾਂ ਚਿਰ ਆਈ ਥਿੰਕ ਸਾਡੇ ਜਿਹੜੇ ਆ ਇਹ ਕੋਈ ਗੱਲ ਚੰਗੀ ਸਿਰੇ ਨਹੀਂ ਲੱਗਣੀ ਸੀ। ਤੇ ਹੁਣ ਮੈਂ ਐਕਚੁਅਲੀ ਇੱਕ ਹੋਰ ਵੀ ਤੁਹਾਡੇ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਸਕੂਲ ਦੀ ਕਮਿਊਨਿਟੀ ਹੈ, ਭਾਵੇਂ ਜਿੱਦਾਂ ਇੱਥੇ ਭਾਜੀ ਨੇ ਪਹਿਲਾਂ ਗੱਲ ਕੀਤੀ ਸੀਗੀ ਕਿ ਜੋ ਵੀ ਗੱਲਾਂ ਆ ਇੰਨਾ ਪਤਾ ਹੈ ਕਿ ਜਿਹੜੀ ਸਕੂਲ ਦੀ ਕਮਿਊਨਿਟੀ ਇੰਨਾ ਪਿਆਰ ਤੇ ਇੰਨੀ ਰਿਸਪੈਕਟ ਜਿਹੜੀ ਆ ਸਕੂਲ ਦੇ ਲਈ ਤੇ ਸਕੂਲ ਦੇ ਜਿਹੜੇ ਸਟਾਫ ਲਈ ਰੱਖਦੀ ਹੈ, ਉਹਦੇ ਵਿੱਚ ਸਾਨੂੰ ਵੀ ਇਹ ਗੱਲਾਂ ਜਿਹੜੀਆਂ ਮਨਾਂ ਨੂੰ ਵਿੱਚ ਲਗਾਉਣੀਆਂ ਚਾਹੀਦੀਆਂ ਕਿ ਇਦਾਂ ਦੇ ਕੋਈ ਵੀ ਸਟੈਪ ਚੁੱਕਣ ਤੋਂ ਪਹਿਲਾਂ ਜਿੱਦਾਂ ਇੱਥੇ ਭਾਈ ਜੀ ਨੇ ਗੱਲ ਕਰਕੇ ਗਈ ਸੀ, ਸਾਡੇ ਕੋਲ ਪਾਲਿਸੀਜ਼ ਹੋਣੀਆਂ ਚਾਹੀਦੀਆਂ ਹੈ ਕਿ ਕੰਸਲਟੇਸ਼ਨ ਦੇ ਵਿੱਚ ਇਹੋ ਜਿਹੇ ਸਟੈਪਸ ਚੁੱਕੇ ਜਾਣ ਅੱਗੇ ਤੋਂ। ਉਹਦੀ ਵੀ ਜਿਹੜੀ ਕਮਿਟਮੈਂਟ ਆ ਜਿੰਨਾ ਚਿਰ ਅਸੀਂ ਹੈਗੇ ਆ, ਜਾਂ ਮੈਂ ਇੱਥੇ ਹੈਗਾ, ਮੈਂ ਤੁਹਾਨੂੰ ਦਿੰਦਾ ਹਾਂ, ਅਮਨ ਵੱਲੋਂ ਦਿੰਦਾ ਹਾਂ ਕਿ ਇਹੋ ਜਿਹੀ ਪਾਲਿਸੀਜ਼ ਵੀ ਸਾਨੂੰ ਬਣਾਉਣ ਦੀ ਲੋੜ ਹੈ ਕਿ ਪੇਰੈਂਟਸ ਨੂੰ ਇਨਵੋਲਵਮੈਂਟ ਜਿਹੜੀ ਆ ਇਸ ਪ੍ਰੋਸੈਸ ਨਾਲ ਸੁਣੀਆਂ ਵੀ ਆ, ਉਹਦੇ ਤੇ ਵੀ ਸਾਨੂੰ ਪੈਕਸ ਨਾਲ ਮਿਲ ਕੇ ਇੱਕ ਪ੍ਰੋਸੈਸ ਬਣਾਉਣਾ ਪੈਣਾ ਆ, ਜਿਹਦੇ ਵਿੱਚ ਪੈਸਾ ਵੀ ਜਿਹੜਾ ਖਰਚਿਆ ਜਾਂਦਾ ਹੈ ਸਕੂਲ ਦੇ ਵਿੱਚੋਂ ਉਹ ਬੱਚਿਆਂ ਲਈ ਖਰਚਿਆ ਜਾਂਦਾ ਆ, ਉਹ ਜਿਹੜਾ ਪੈਸਾ ਵੀ ਆ ਉਹ ਵੀ ਜਿਹੜਾ ਆ ਪੇਰੈਂਟਸ ਨੂੰ ਬਜਟਿੰਗ ਪ੍ਰੋਸੈਸ ਦੇ ਵਿੱਚ ਵੀ ਲਿਆਉਣਾ ਚਾਹੀਦਾ ਕਿ ਜਿਹੜੇ ਪੈਸੇ ਖਰਚ ਹੋਣੇ ਆ ਰੈਕਰੀਏਸ਼ਨ ਲਈ ਹੋਣੇ ਆ, ਐਜੂਕੇਸ਼ਨ ਲਈ ਹੋਣੇ ਆ, ਧਰਮ ਲਈ ਹੋਣੇ ਆ, ਉਹਦੇ ਵਿੱਚ ਪੇਰੈਂਟਸ ਦੀ ਵੀ ਕੋਈ ਨਾ ਕੋਈ ਸਰਵੇਸ ਹੁੰਦੇ ਆ ਜਿਹੜੇ ਚੰਗੇ ਸਕੂਲਸ ਕਰਦੇ ਆ ਕਿ ਤੁਸੀਂ ਕਿੱਥੇ ਦੇਖਣਾ ਚਾਹੁੰਦੇ ਆ ਕਿ ਤੁਹਾਡੇ ਵੀ ਉਹ ਸਾਰੇ ਕੰਮ ਬੋਰਡ ਨੂੰ ਸ਼ੁਰੂ ਕਰਨੇ ਪੈਂਦੇ ਆ, ਪਰ ਨਾਲ ਜਿੱਦਾਂ ਵਾਈਸ ਪ੍ਰਿੰਸੀਪਲਸ ਤੇ ਪ੍ਰਿੰਸੀਪਲਸ ਆ ਤੇ ਨਾਲ ਪੇਰੈਂਟਸ ਦੇ ਨਾਲ ਇਹ ਇੱਕ ਟੀਮ ਬਣ ਕੇ ਅਸੀਂ ਚੱਲ ਸਕਦੇ ਆ। ਪਰ ਅਸੀਂ ਇਹ ਗੱਲ ਦਿਖਾਈ ਆ ਤੇ ਨਹੀਂ ਤੁਰੇ।
ਦੇਖਣਾ ਚਾਹੁੰਦੇ ਅਸੀਂ ਸੀ ਮਿਸਟਰ ਹੇਅਰ ਦੇ ਮਗਰ ਕਿੰਨੀ ਕੁ ਦੁਨੀਆ ਆ ਸਕਦੀ ਹੈ ਕੋਈ ਗੈਦਰਿੰਗ ਵਧਣੀ ਆ ਸਾਡੀ ਨੈਕਸਟ ਟਾਈਮ ਨੋ ਬਸ ਠੀਕ ਹੈ ਇਟਸ ਫਾਈਨ ਪਰ ਸਾਨੂੰ ਇੱਥੇ ਮਿਸਟਰ ਹੇਕ ਦਾ ਅੱਗੇ ਗੱਡੀਆਂ ਦੇ ਵਿੱਚੋਂ ਬੱਚੇ ਲਾਉਂਦੇ ਆ ਹੋਣਗੇ ਤਾਂ ਬੱਚੇ ਇੱਥੇ ਲੱਥਣਗੇ ਇਦਾਂ ਹੀ ਕਰ ਲਓ no, ਠੀਕ ਹੈ ਇੱਕ ਮਿੰਟ ਜੇ ਮੇਰੇ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ ਹੈ ਦੇਣ ਦਾ ਤੇਜ਼ ਹੈਗਾ ਕਿ ਉਸ ਟਾਈਮ ਬਟ ਦੈਟਸ ਫਾਈਨ ਇਹ ਗੱਲ ਵਧੀਆ ਹੈ ਕਿ ਜਿਸ ਟਾਈਮ in the morning he should stay with you just like he always was there ਤੇ ਜਦ ਇਹਨਾਂ ਨੂੰ ਕਹੋ ਤੁਹਾਨੂੰ ਇੱਥੇ ਮਿਸਟਰ ਹੇਕ ਤੇ ਦਿਖਣਾ and I will make sure he is ਇੱਥੇ ਮਿਸਟਰ ਹੇਅਰ ਹੋਣਗੇ ਤੇ ਉਸ ਤੋਂ ਜਿਹੜੇ ਬਾਅਦ ਜਿਹੜੀ ਗੱਲਬਾਤ ਕਰਨੀ ਹੈ ਜਿਹੜੀ ਪ੍ਰੋਸੈਸ ਹੈ ਉਹ ਅਸੀਂ ਜ਼ਰੂਰ